ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਪ੍ਰੀਤ ਲਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਏ। ਨਾਵੇ ਛੋੜਿਆ ਵਿਛੜੈ ਸਭ ਮਹਿ ਰਹਾ ਸਮਾਏ। ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਏ। ਆਚਰਜ ਰੂਪ ਨਿਰੰਜਨੋ ਗੁਰ ਮੇਲਾਇਆ ਮਾਏ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਮਾਇਆ ਮੋਹ ਪਰੀਤ ਤ੍ਰਿਗ ਸੁਖੀ ਨ ਦਿਸੈ ਕੋਏ। ਮਾਇਆ ਮੋਹ ਪਰੀਤ ਤ੍ਰਿਗ ਸੁਖੀ ਨ ਦਿਸੈ ਕੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਬਚਨਾਂ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਨਾਲ ਗੁਰੂ ਨਾਲ ਪ੍ਰੀਤ ਪਾਉਣੀ ਹੀ ਸਭ ਤੋਂ ਉੱਤਮ ਪ੍ਰੀਤ ਹੈ। ਪਿੱਛੇ ਵਿਚਾਰ ਚੱਲ ਰਹੀ ਸੀ ਨਾਮ ਦੀ ਮਹਿਮਾ ਦੀ। ਸਾਰੀ ਪਵਿੱਤਰ ਗੁਰਬਾਣੀ ਵਿੱਚ ਨਾਮ ਦੀ ਹੀ ਮਹਿਮਾ ਕੀਤੀ ਗਈ ਹੈ, ਕਿਉਂਕਿ ਨਾਮ ਹੀ ਨਾਮੀ ਨਾਲ ਮਿਲਾਉਂਦਾ ਹੈ, ਭਾਵ ਅਕਾਲ ਪੁਰਖ ਨਾਲ ਮਿਲਾਉਂਦਾ ਹੈ। ਤੇ ਇਹ ਨਾਮ ਸਤਿਗੁਰ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ। ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ। ਜਨਮ ਮਰਨ ਦੋ ਕਾਟੀਐ ਲਾਗੈ ਸਹਿਜ ਧਿਆਨ। ਜਦੋਂ ਅਸੀਂ ਸ਼ਾਹ ਸ਼ਹਿਨਸ਼ਾਹ ਦੋ ਜਹਾਨ ਕੇ ਬਾਲੀ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ। ਗੁਰ ਪਰਮੇਸ਼ਰ ਏਕੋ ਜਾਣ ਦਾ ਸਾਨੂੰ ਹੁਕਮ ਹੈ ਕਿ ਰੱਬ ਤੁਹਾਨੂੰ ਗੁਰੂ ਵਿੱਚੋਂ ਹੀ ਮਿਲੇਗਾ। ਗੁਰੂ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੈ। ਗੁਰੂ ਨੂੰ ਮਿਲੋ ਤੇ ਗੁਰੂ ਤੁਹਾਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਯੋਗ ਹੈ। ਪੂਰਾ ਸਤਿਗੁਰੂ ਪੂਰੇ ਦੀ ਗੱਲ ਕੀਤੀ ਹੈ, ਭਾਵੇਂ ਕਿ ਇੱਥੇ ਅਧੂਰੇ ਵੀ ਬੜੇ ਹਨ ਦੁਨੀਆ ਵਿੱਚ। ਤੇ ਪੂਰਾ ਕੇਵਲ ਤੇ ਕੇਵਲ ਸ਼ਬਦ ਹੈ। ਇਸੇ ਕਰਕੇ ਦਸਾਂ ਗੁਰੂਆਂ ਨੇ ਸ਼ਬਦ ਗੁਰੂ ਨੂੰ ਪ੍ਰਗਟ ਕਰਕੇ ਜਦੋਂ ਸੰਪੂਰਨ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਸ਼ਬਦ ਆ ਗਿਆ, ਨਿਰਗੁਣ ਤੋਂ ਸਰਗੁਣ ਹੋ ਗਿਆ ਜਦੋਂ, ਫਿਰ ਦਸਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਵਿਰਾਜਮਾਨ ਕਰਕੇ ਸਦਾ ਸਦਾ ਲਈ ਸ਼ਬਦ ਨੂੰ ਗੁਰੂ ਤੇ ਪਰਮੇਸ਼ਰ ਦਾ ਇਕੱਠਾ ਰੂਪ ਸਾਹਮਣੇ ਲਿਆ ਦਿੱਤਾ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਇ। ਇਹ ਬਾਣੀ ਹੀ ਨਿਰੰਕਾਰ ਹੈ, ਸ਼ਬਦ ਹੀ ਨਿਰੰਕਾਰ ਹੈ। ਸ਼ਬਦ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ। ਸ਼ਬਦ ਵਿੱਚੋਂ ਹੀ ਸਾਰੇ ਨਿਕਲੇ ਹਨ ਤੇ ਫਿਰ ਸ਼ਬਦ ਸਾਰਿਆਂ ਦੇ ਵਿੱਚ ਵੀ ਸਮਾ ਗਿਆ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼।
सगल समग्री शब्द के पाछै, नानक शब्द घटै घट आछै। शब्द को चीन भाई, शब्द को खोज भाई, शब्द के चानने एक वस्त पाई। तां ते दसां गुरुआं ने सानू हुक्म दिता, आग्या भई अकाल की, तवै चलायो पंथ। सब सिखण को हुक्म है, गुरु मानियो ग्रंथ। ਹੁਣ ਗ੍ਰੰਥ ਸਾਹਿਬ ਜੀ ਦੇ ਕੋਲ ਆਪਾਂ ਰੋਜ਼ ਆਉਂਦੇ ਹਾਂ, ਬੈਠਦੇ ਹਾਂ, ਵਿਚਾਰ ਕਰਦੇ ਹਾਂ। ਔਰ ਅੱਗੇ ਸਤਿਗੁਰੂ ਕਹਿੰਦੇ, ਸਿੱਖਾ ਹੁਣ ਤੂੰ ਇਹ ਸ਼ਬਦ ਨਾਲ ਪ੍ਰੀਤੀ ਪਾ। ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਇਹ ਸ਼ਬਦ ਨਾਲ ਪਿਆਰ ਕਰ। ਪਰਚਾ ਸ਼ਬਦ ਕਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਪਰਚਾ ਭਾਵ ਜਾਣ ਪਛਾਣ, ਪਰਚਾ ਮਤਲਬ ਪਿਆਰ, ਮਨ ਪਰਚਾਉਣਾ। ਜਿਵੇਂ ਕਹਿੰਦੇ ਆ, ਦੁਨੀਆ ਅਨੇਕਾਂ ਤਰ੍ਹਾਂ ਨਾਲ ਮਨ ਪਰਚਾਉਂਦੀ ਹੈ, ਪਰ ਸਿੱਖਾ ਤੇਰਾ ਮਨ ਗੁਰੂ ਨਾਲ ਪਰਚੇ। ਹੁਣ ਜੇ ਅਸੀਂ ਮਨ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਪਰਚਾਉਂਦੇ ਹਾਂ, ਭਾਵ ਜੋੜਦੇ ਹਾਂ, ਜੇ ਇਹ ਮਨ ਸਾਡਾ ਗੁਰਮਤਿ ਅਨੁਸਾਰ ਗੁਰਬਾਣੀ ਮੁਤਾਬਕ ਚੱਲਦਾ ਹੈ ਤਾਂ ਫਿਰ ਕੀ ਹੋਵੇਗਾ। ਹੁਣ ਅਗਲਾ ਸ਼ਬਦ ਇਸੇ ਲੜੀ ਦੀ ਕੜੀ, ਧੰਨ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਸਿੱਖਾ ਜੇ ਤੂੰ ਗੁਰੂ ਨਾਲ ਪ੍ਰੀਤ ਪਾ ਲਵੇਂ। ਹੁਣ ਗੁਰੂ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ। ਜੇ ਅਸੀਂ ਗੁਰੂ ਨਾਲ ਪ੍ਰੀਤ ਪਾ ਲਈਏ ਤਾਂ ਫਿਰ ਕੀ ਹੋਊਗਾ। ਮਹਾਰਾਜ, ਇਹ ਸਿੱਖ ਦਾ ਸ਼ੰਕਾ ਹੈ, ਸਿੱਖ ਦਾ ਪ੍ਰਸ਼ਨ ਹੈ, ਸਿੱਖ ਦੀ ਬੇਨਤੀ ਹੈ। ਤਾਂ ਫਿਰ ਗੁਰੂ ਕੀ ਕਰਦਾ ਹੈ। ਗੁਰੂ ਸਾਡਾ ਮਾਲਕ ਵੀ ਹੈ, ਗੁਰੂ ਪਿਤਾ ਵੀ ਹੈ, ਗੁਰੂ ਮਾਤਾ ਵੀ ਹੈ, ਗੁਰੂ ਮਾਲਕ ਵੀ ਹੈ। ਤੋ ਸ਼ਬਦ ਹੀ ਇਹ ਸਾਰੇ ਗੁਣਾਂ ਦੇ ਵਿੱਚ ਵਰਤਿਆ ਹੋਇਆ। ਸੰਸਾਰੀ ਤੌਰ 'ਤੇ ਮਾਤਾ ਦੇ ਵਿੱਚੋਂ ਵੀ ਸਾਨੂੰ ਗਿਆਨ ਮਿਲਦਾ, ਪਿਤਾ ਕੋਲੋਂ ਵੀ ਗਿਆਨ ਮਿਲਦਾ, ਭੈਣਾਂ ਭਰਾਵਾਂ ਕੋਲੋਂ, ਦੋਸਤਾਂ ਮਿੱਤਰਾਂ ਕੋਲੋਂ, ਪਤੀ ਪਤਨੀ ਕੋਲੋਂ ਵੀ ਇੱਕ ਦੂਜੇ ਨੂੰ ਗਿਆਨ ਪ੍ਰਾਪਤ ਹੁੰਦਾ। ਅਤੇ ਮਾਨੋ ਸਾਰਿਆਂ ਵਿੱਚ ਹੁਕਮ ਹੀ ਹੁਕਮ ਚਲਾਏ ਰਾਹੋ, ਉਹ ਪਰਮੇਸ਼ਰ ਸ਼ਬਦ ਕਰਕੇ ਵਸਿਆ ਹੋਇਆ। ਕਈ ਵਾਰੀ ਛੋਟੇ ਬੱਚੇ ਕੋਲੋਂ ਕੋਈ ਗੱਲ ਸੁਣ ਕੇ ਸਾਨੂੰ ਗਿਆਨ ਹੋ ਜਾਂਦਾ। ਜਿਵੇਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਜਦੋਂ ਇਹ ਬਾਹਰੋਂ ਆਏ, ਸਤਿਗੁਰੂ ਰਾਮਦਾਸ ਜੀ ਚਲਾਣਾ ਕਰ ਗਏ ਅਤੇ ਪੰਜਵੇਂ ਪਾਤਸ਼ਾਹ ਨੂੰ ਗੱਦੀ ਦੇ ਗਏ। ਰਸਤੇ ਵਿੱਚ ਆਉਂਦੇ ਹੋਏ ਇੱਕ ਸ਼ੰਕਾ ਪੈਦਾ ਹੋ ਗਈ ਵੀ ਪਤਾ ਨਹੀਂ ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੱਦੀ 'ਤੇ ਬਿਠਾਇਆ ਉਹ ਲਾਇਕ ਹੈ ਕਿ ਨਹੀਂ। 3 ਪੁੱਤਰ ਸੀ ਨਾ, ਛੋਟੇ ਅਰਜਨ ਦੇਵ ਜੀ ਪੰਜਵੇਂ ਅਤੇ ਵੱਡੇ ਪ੍ਰਿਥੀ ਚੰਦ ਮਹਾਦੇਵ। ਜਦੋਂ ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਏ ਅਤੇ ਗੁਰੂ ਨੇ ਉਹਦੇ ਮਨ 'ਚੋਂ ਸ਼ੰਕਾ ਕਿਵੇਂ ਦੂਰ ਕੀਤਾ। ਜਦੋਂ ਬਿਆਸਾ ਦਰਿਆ ਨੂੰ ਪਾਰ ਕਰਕੇ ਅੱਗੇ ਲੰਘਣ ਲੱਗੇ, ਅੱਗੇ ਕੁਝ ਬੱਚੇ ਖੇਡ ਰਹੇ ਨੇ ਕਿਤੇ। ਜਦ ਖੇਡਦਿਆਂ ਹੋਇਆਂ ਉੱਥੋਂ ਲੰਘੇ ਅਤੇ ਬੱਚਿਆਂ ਦੀ ਆਪਸ ਵਿੱਚ ਗੱਲਬਾਤ ਕਰਦਿਆਂ ਇੱਕ ਬੱਚੇ ਨੇ ਕਿਹਾ, ਗੁਰੂ ਜੋ ਕਰਦਾ ਠੀਕ ਹੀ ਕਰਦਾ। ਭਾਵੇਂ ਕਿ ਬੱਚੇ ਨੇ ਆਪਦੀ ਗੱਲਬਾਤ 'ਚ ਗੱਲ ਕਹੀ ਹੈ ਦੂਜੇ ਬੱਚੇ ਨੂੰ, ਪਰ ਇਸੇ ਗੱਲ ਨੂੰ ਭਾਈ ਗੁਰਦਾਸ ਜੀ ਨੇ ਸੁਣ ਕੇ ਸੋਚਿਆ, ਜਾ ਹੋਏ ਮਣਾ, ਇੱਕ ਬੱਚੇ ਨੂੰ ਗੁਰੂ 'ਤੇ ਭਰੋਸਾ ਅਤੇ ਤੈਨੂੰ ਗੁਰੂ 'ਤੇ ਭਰੋਸਾ ਨਹੀਂ ਹੈਗਾ। ਗੁਰੂ ਜੋ ਕਰਦਾ ਠੀਕ ਹੀ ਕਰਦਾ। ਔਰ ਅੱਗੇ ਜਦ ਪਹੁੰਚੇ ਸਤਿਗੁਰੂ ਅਰਜਨ ਦੇਵ ਮਹਾਰਾਜ ਕੋਲ, ਜਾ ਨਮਸਕਾਰ ਕੀਤੀ ਅਤੇ ਮੱਥਾ ਟੇਕਦੇ ਅਸੀਂ ਕਹਿਣ ਲੱਗੇ, ਆਓ ਮਾਮਾ ਜੀ। ਇਹ ਮਾਮਾ ਜੀ ਲੱਗਦੇ ਸਨ ਉਹਨਾਂ ਨੇ, ਬੀਬੀ ਭਾਨੀ ਦੇ ਭਾਈ ਸਨ, ਚਾਚੇ ਤਾਏ ਦੇ ਪੁੱਤਰ ਸਨ। ਆਓ ਮਾਮਾ ਜੀ, ਕੀ ਹਾਲ ਹੈ। ਕੀ ਕਹਿੰਦੇ ਸੀ ਬੱਚੇ, ਗੱਲ ਨਹੀਂ ਚਾਲੂ ਕੀਤੀ, ਕੋਈ ਸਲਾਈ ਨਹੀਂ ਗੱਲ ਕੋਈ ਬੱਚਿਆਂ ਦੀ। ਆਪ ਹੀ ਪੁੱਛਿਆ ਪੰਜਵੇਂ ਪਾਤਸ਼ਾਹ ਨੇ, ਉਹ ਰਸਤੇ ਵਿੱਚ ਬੱਚੇ ਕੀ ਕਹਿੰਦੇ ਸੀਗੇ। ਅਤੇ ਭਾਈ ਗੁਰਦਾਸ ਜੀ ਪੈਰੀ ਪੈ ਗਏ, ਫਿਰ ਤੁਹਾਨੂੰ ਜੇ ਬੱਚਿਆਂ ਦਾ ਪਤਾ ਹੈ ਅਤੇ ਗੱਲਬਾਤ ਦਾ ਵੀ ਪਤਾ ਹੈ, ਤੁਸੀਂ ਸਰਬ ਕਲਾ ਸਮਰੱਥ ਹੋ, ਤੁਸੀਂ ਮੇਰਾ ਇਹ ਸ਼ੰਕਾ ਦੂਰ ਕਰ ਦਿੱਤਾ ਜਿਹੜਾ ਮਨ ਵਿੱਚ ਫੁਰਨਾ ਬਣ ਗਿਆ ਸੀ ਕਿ ਪਤਾ ਨਹੀਂ ਗੁਰੂ ਨੇ ਜੋ ਅੱਗੇ ਗੁਰੂ ਦਿੱਤਾ ਸਾਨੂੰ
ਉਹ ਗੱਦੀ ਤੇ ਲਾਇਕ ਹੈ ਕਿ ਨਹੀਂ। ਮਹਾਰਾਜ ਇਹ ਮੇਰਾ ਸ਼ੰਕਾ ਨਿਵਰਤ ਉਹਨਾਂ ਬੱਚਿਆਂ ਰਾਹੀਂ ਕਰਤਾ ਤੇ ਇੱਥੇ ਆ ਕੇ ਤੇ ਜਵੇਂ ਕਰਤਾ, ਉਸ ਗੱਲ ਨੂੰ ਬੁੱਝ ਕੇ ਅੰਤਰਜਾਮਤਾ ਦੇ ਨਾਲ। ਇਸ ਕਰਕੇ ਇਹ ਸ਼ਬਦ ਪਹਿਲਾਂ 10 ਗੁਰੂਆਂ 'ਚ ਵਰਤਿਆ, ਉਦੋਂ ਪਹਿਲਾਂ ਇਹ ਸ਼ਬਦ ਭਗਤਾਂ ਵਿੱਚ ਵੀ ਵਰਤਿਆ, ਤੇ ਸਭ ਤੋਂ ਪਹਿਲਾਂ ਇਹ ਸ਼ਬਦ ਪਰਮੇਸ਼ਰ ਤੋਂ ਪੈਦਾ ਹੋਇਆ। ਸਾਚੇ ਤੇ ਪਵਨਾ ਭਇਆ, ਅਕਾਲ ਪੁਰਖ ਤੋਂ ਹਵਾ ਪੈਦਾ ਹੋਈ, ਤੇ ਹਵਾ ਵਿੱਚ ਹੀ ਸ਼ਬਦ ਪੈਦਾ ਹੋ ਰਹੇ। ਆਪਾਂ ਬੋਲਦੇ ਹਾਂ ਤੇ ਹਵਾ ਨਿਕਲਦੀ ਹੈ ਮੂੰਹ 'ਚੋਂ। ਤੇ ਕੀ ਸ਼ਬਦ ਨਿਕਲਿਆ ਸੀ ਉਸ ਵੇਲੇ ਜਦੋਂ ਕਹਿੰਦੇ ਪਰਮੇਸ਼ਰ ਨੇ ਬੈਠੇ ਬੈਠੇ ਫੁਰਨਾ ਬਣਾਇਆ ਬਈ ਮੇਰੇ ਵਰਗੇ ਹੋਰ ਵੀ ਹੋਣ, ਤੇ ਉਹਨੇ ਕਹਿ ਦਿੱਤਾ ਹੋ ਜਾ। ਕੁਨ ਹੂੰ ਕੂਣ, ਮੁਸਲਮਾਨ ਵੀਰ ਕਹਿੰਦੇ ਹੈ ਕੁਨ ਹੂੰ ਕੂਣ। ਇਸ ਕਰਕੇ ਉਹ ਜਿਹੜਾ ਕੁਨ ਹੂੰ ਕੂਣ ਜਾਂ ਹੋ ਜਾ ਜਾਂ ਸ਼ਬਦ ਕਿਹਾ, ਸੈਂਸ ਕਹਿੰਦੀ ਖੜਕਾ ਹੋਇਆ। ਦੁਨੀਆ ਬਣਨ ਤੋਂ ਪਹਿਲਾਂ ਇੱਕ ਵਿਸਫੋਟ ਹੋਇਆ, ਉਹਨਾਂ ਨੇ ਇਹਨੂੰ ਵਿਸਫੋਟ ਕਿਹਾ, ਖੜਕਾ ਕਿਹਾ। ਗੁਰੂ ਸਾਹਿਬ ਨੇ ਇਸ ਨੂੰ ਸ਼ਬਦ ਕਿਹਾ। ਮੁਸਲਮਾਨਾਂ ਨੇ ਕੁਨ ਹੂੰ ਕੂਣ, ਕੁਦਰਤੀ ਹੋਇਆ ਕਿਹਾ। ਕਿਸੇ ਨੇ ਇਸ ਨੂੰ ਲੋਗੋਸ ਕਿਹਾ, ਸੈਂਸ ਨੇ ਵਿਸਫੋਟ ਕਿਹਾ। ਉਹਨੂੰ ਸਮਝ ਨਹੀਂ ਆਈ, ਖੜਕਾ ਸੁਣਿਆ, ਗੁਰੂ ਨੇ ਖੜਕੇ ਵਿੱਚੋਂ ਸ਼ਬਦ ਸੁਣਿਆ, ਕਹੋ ਸਤਨਾਮ ਸ੍ਰੀ। ਇਸ ਕਰਕੇ ਸਭ ਤੋਂ ਪਹਿਲਾਂ ਇਹ ਸ਼ਬਦ ਬਣਿਆ। ਇਹ ਸ਼ਬਦ ਜਿਹੜਾ ਸਾਡੇ ਅੰਦਰ ਰਮ ਗਿਆ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿੱਚ ਸ਼ਬਦ ਕੰਮ ਕਰ ਰਿਹਾ ਹੈ। ਇਸ ਗੁਰੂ ਦੇ ਨਾਲ ਜੇ ਪਿਆਰ ਪਾਈਏ ਤੇ ਇਹ ਸ਼ਬਦ ਸਾਡਾ ਗਿਆਨ ਮਾਰਗ ਦਰਸ਼ਨ ਕਰਕੇ ਸਾਡੇ ਮਾੜੀ ਸੋਚ ਦਾ, ਮਾੜੇ ਵਿਚਾਰਾਂ ਦਾ, ਮਾੜੇ ਖਿਆਲਾਂ ਦਾ, ਔਗਣਾਂ ਦਾ ਨਾਸ ਕਰਦਾ। ਗਿਆਨ ਨਾਲ ਹੀ ਗਿਆਨਤਾ ਦਾ ਨਾਸ ਹੁੰਦਾ ਹੈ ਨਾ। ਸਾਇੰਟੀਫਿਕ ਢੰਗ ਨਾਲ ਗੱਲ ਸਮਝੀਏ, ਜਦੋਂ ਬੰਦੇ ਨੂੰ ਗਿਆਨ ਹੁੰਦਾ ਤੇ ਸ਼ਾਂਤੀ ਜੀ ਨਹੀਂ ਆ ਜਾਂਦੀ। ਜਿੰਨਾ ਚਿਰ ਕਿਸ ਚੀਜ਼ ਦੀ ਸਮਝ ਨਾ ਆਵੇ ਬੰਦਾ ਅਸ਼ਾਂਤ ਰਹਿੰਦਾ ਹੈ। ਤੇ ਗਿਆਨ ਸਾਨੂੰ ਸ਼ਬਦ ਦਿੰਦਾ ਹੈ, ਕਹੋ ਸਤਨਾਮ ਸ੍ਰੀ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਇਹ ਸ਼ਬਦ ਨੇ ਸਾਨੂੰ ਪ੍ਰਗਟ ਕੀਤਾ, ਸ਼ਬਦ ਦੇ ਵਿੱਚ ਹੀ ਸਮਾਉਣਾ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਉ। ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੇ। ਜਿਵੇਂ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ, ਉਸ ਤਰ੍ਹਾਂ। ਹੁਣ ਇਸ ਕਰਕੇ ਜੇ ਅਸੀਂ ਸ਼ਬਦ ਦੇ ਨਾਲ ਪ੍ਰੀਤੀ ਪਾਈਏ ਤੇ ਫਿਰ ਕੀ ਹੋਊਗਾ? ਸਿੱਖ ਨੇ ਪੁੱਛਿਆ ਤਾਂ 5ਵੇਂ ਪ੍ਰੀਤਮ ਦੱਸਦੇ ਆ। ਸ਼੍ਰੀ ਰਾਗ ਮਹੱਲਾ 5ਵਾਂ। ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਏ। ਜਿਨ੍ਹਾਂ ਦੀ ਸੱਚ ਨਾਲ ਪ੍ਰੀਤੀ ਪੈ ਗਈ ਉਹਨਾਂ ਦਾ ਜੰਮਣਾ ਮਰਨਾ ਵੀ ਕੱਟਿਆ ਗਿਆ, ਗਿਆਨ ਹੋ ਗਿਆ। ਅਗਿਆਨਤਾ ਵਿੱਚ ਖਤਰਾ ਹੈ, ਅਗਿਆਨਤਾ ਵਿੱਚ ਡਰ ਹੈ। ਤੁਸੀਂ ਮੂੰਹ ਸੋਝਲੇ ਹਨੇਰੇ ਵਿੱਚੋਂ ਲੰਘ ਰਹੇ ਹੋ ਤੇ ਤੁਹਾਡਾ ਪੈਰ ਕਿਸੇ ਗੋਲ ਰੱਸੀ ਤੇ ਟਿਕਿਆ ਤੇ ਤੁਸੀਂ ਤਰਬਕ ਕੇ ਪਿੱਛੇ ਹਟ ਗਏ। ਉਹ ਸੱਪ, ਜਦੋਂ ਤੁਸੀਂ ਓਏ ਸੱਪ ਕਰਕੇ ਪਾਸੇ ਹੋਏ ਤੁਹਾਡਾ ਦਿਲ ਵੀ ਕੰਬਿਆ, ਤੁਸੀਂ ਡਰੇ ਵੀ। ਪਰ ਜਦੋਂ ਉੱਥੇ ਬੈਟਰੀ ਦੀ ਲਾਈਟ ਮਾਰੀ ਲਿਆ ਕੇ, ਫਿਰ ਬੰਦਾ ਆਪ ਕਹਿੰਦਾ ਅੱਛਾ ਯਾਰ ਉਹੀ ਡਰ ਗਏ, ਇਹ ਤਾਂ ਰੱਸੀ ਸੀ। ਕਹੋ ਸਤਨਾਮ ਸ੍ਰੀ। ਡਰਿਆ ਵੀ ਖੁਦ ਹੀ। ਬੈਟਰੀ ਲਿਆਂਦੀ, ਲਾਈਟ ਕੀਤੀ, ਚਾਨਣ ਕੀਤਾ, ਉੱਥੇ ਕੋਈ ਵੀ ਤਰ੍ਹਾਂ ਦਾ ਦੀਵਾ ਜਗਾਇਆ, ਮੋਮਬੱਤੀ ਜਗਾਈ, ਡੱਬੀ ਦੀ ਸੀਖ ਜਗਾਈ, ਤਾਂ ਚਾਨਣ ਨੇ ਦੱਸਤਾ ਵੀ ਇਹ ਤਾਂ ਰੱਸੀ ਆ। ਅਸ਼ਾਂਤੀ ਖਤਮ ਹੋ ਗਈ ਤੇ ਸ਼ਾਂਤੀ ਆ ਗਈ। ਕਹੋ ਸਤਨਾਮ ਸ੍ਰੀ। ਸੋ ਸ਼ਬਦ ਜਿਹੜਾ ਹੈ ਇਹ ਸਾਡੇ ਅੰਦਰ ਹੁਕਮ ਹੀ ਹੁਕਮ ਚਲਾਏ ਰਾਹੋ ਬਣ ਕੇ ਬੈਠਾ ਹੈ। ਉਹ ਪਰਮੇਸ਼ਰ ਇਸ ਤਰ੍ਹਾਂ ਫੈਲਿਆ ਹੋਇਆ ਸਾਰਿਆਂ ਵਿੱਚ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਸ਼੍ਰੀ ਗ੍ਰੰਥ ਸਾਹਿਬ ਜੀ ਦਾ ਸਰੂਪ ਕਿੰਨੇ ਥਾਵਾਂ ਤੇ ਪ੍ਰਕਾਸ਼ਮਾਨ ਹੈ? ਇੱਕੋ ਹੀ ਹੈ। ਹਰ ਥਾਂ ਤੇ ਪ੍ਰਕਾਸ਼ ਹੈ। ਇੰਨੇ ਥਾਵਾਂ ਤੇ ਪ੍ਰਕਾਸ਼ ਹੁੰਦਾ ਹੋਇਆ ਵੀ ਹੈ ਇੱਕੋ ਹੀ, ਅਲੱਗ ਅਲੱਗ ਨਹੀਂ ਹੈ। ਕਹੋ ਸਤਨਾਮ ਸ੍ਰੀ। ਇਸ ਕਰਕੇ
ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਸਰੂਪ ਸ਼ਬਦ ਨਾਲ ਪ੍ਰੀਤੀ ਪੈ ਗਈ, ਗੁਰੂ ਨਾਲ ਪ੍ਰੀਤੀ ਪੈ ਗਈ। ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਏ। ਉਹ ਸੱਚ ਨਾਲ ਜੁੜ ਗਏ, ਉਹਨਾਂ ਦਾ ਅਗਿਆਨਤਾ ਦਾ ਪਰਦਾ ਪਾਟ ਗਿਆ, ਚਾਨਣ ਹੋ ਗਿਆ। ਨਾ ਬੇਛੋੜਿਆ ਵਿਛੜੈ ਸਭ ਮੈਂ ਰਹਾ ਸਮਾਏ। ਇਹ ਸ਼ਬਦ ਹੀ ਇੱਕ ਐਸਾ ਗੁਰੂ ਹੈ ਜਿਸ ਨੂੰ ਕੋਈ ਵਿਛੋੜ ਨਹੀਂ ਸਕਦਾ। ਜੇਲਾਂ ਵਾਲੇ ਵੀ ਸ਼ਬਦ ਨੂੰ ਸਾਥੋਂ ਅੱਡ ਨਹੀਂ ਕਰ ਸਕਦੇ। ਕਿਸੇ ਕੈਦੀ ਨੂੰ ਪਰਿਵਾਰ ਤੋਂ, ਮਾਂ ਪਿਓ ਤੋਂ ਦੂਰ ਕਰ ਸਕਦੇ ਆ, ਪਰ ਸ਼ਬਦ ਗੁਰੂ ਤੋਂ ਦੂਰ ਨਹੀਂ ਕਰ ਸਕਦੇ। ਸ਼ਬਦ ਦੇ ਨਾਲ ਹੀ ਜੇਲ੍ਹ ਵਿੱਚ ਵੀ ਜਾਊਗਾ। ਕਹੋ ਸਤਿਨਾਮ ਸ੍ਰੀ। ਤੇ ਜਿਨ੍ਹਾਂ ਨੇ ਜੇਲ੍ਹ ਵਿੱਚ ਬੈਠ ਕੇ ਸ਼ਬਦ ਨਾਲ ਪਿਆਰ ਪਾਇਆ, ਸ਼ਬਦ ਨੇ ਉਹਨਾਂ ਨੂੰ ਜੇਲ੍ਹ ਚੋਂ ਵੀ ਕੱਢ ਲਿਆ। ਦੋ ਰਾਜੇ ਗੁਰੂ ਪਿਆਰਿਓ ਹੈਦਰਾਬਾਦ ਦੀ ਜੇਲ੍ਹ ਵਿੱਚ ਕੈਦ ਹੈ। ਉੱਥੇ ਇੱਕ ਜਿਹੜਾ ਸੰਤਰੀ ਹੈ, ਉਹ ਗੁਰੂ ਕਾ ਸਿੱਖ ਹੈ, ਉਹ ਬਾਣੀ ਪੜ੍ਹਦਾ। ਔਰ ਉਹਨਾਂ ਕੈਦੀ ਰਾਜਿਆਂ ਨੇ ਪੁੱਛਿਆ ਵੀ ਤੁਸੀਂ ਇਹ ਕੀ ਪੜ੍ਹਦੇ ਹੋ? ਕਹਿੰਦੇ ਬਾਣੀ ਹੈ, ਸੁਖਮਨੀ ਸਾਹਿਬ ਦਾ ਪਾਠ। ਇਹ ਕਾਹਦੇ ਵਾਸਤੇ ਹੈ? ਇਹ ਮੁਕਤੀ ਕਰਦੀ ਹੈ, ਬੰਧਨ ਤੋੜਦੀ ਹੈ, ਬਾਣੀ ਸਾਰਾ ਕੁਛ ਕਰਦੀ ਹੈ। ਉਹ ਰਾਜੇ ਕੈਦ ਵਿੱਚ ਹੈ, ਬੰਧਨ 'ਚ ਹੈ। ਕਹਿੰਦੇ ਫਿਰ ਸਾਡਾ ਵੀ ਟੁੱਟ ਸਕਦਾ, ਕਹਿੰਦੇ ਤੁਹਾਡਾ ਵੀ ਟੁੱਟ ਸਕਦਾ। ਸਿੱਖ ਨੇ ਪੂਰਨ ਭਰੋਸੇ ਨਾਲ ਕਹਿ ਦਿੱਤਾ। ਕਹਿੰਦੇ ਫਿਰ ਅਸੀਂ ਕੀ ਕਰੀਏ? ਕਹਿੰਦੇ ਤੁਸੀਂ ਆਹ ਦੋ ਪੰਕਤੀਆਂ ਪੜ੍ਹੀ ਚੱਲੋ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਉਹਨਾਂ ਨੂੰ ਇੰਨਾ ਹੀ ਸ਼ਬਦ ਦੇ ਦਿੱਤਾ ਕਿਉਂਕਿ ਵਿਚਾਰੇ ਉਹ ਬਾਣੀ ਪੜ੍ਹ ਨਹੀਂ ਸਕਦੀ, ਸਾਰੇ ਜਾਣਦੇ ਨਹੀਂ ਸੀ। ਇਸ ਕਰਕੇ ਉਹਨਾਂ ਨੂੰ ਦੋ ਪੰਕਤੀਆਂ ਦੇ ਦਿੱਤੀਆਂ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਜਦੋਂ ਉਹਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਕਈ ਦਿਨ ਪੜ੍ਹਦੇ ਰਹੇ ਬੜੇ ਪਿਆਰ ਦੇ ਨਾਲ, ਪ੍ਰੀਤੀ ਨਾਲ। ਤੇ ਇੱਕ ਦਿਨ ਸਾਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਸਮੇਤ ਘੋੜੇ ਉਹ ਜੇਲ੍ਹ ਦੇ ਵਿੱਚ ਉਤਰ ਖੜੇ। ਔਰ ਜਿੱਥੇ ਕੈਦ ਹਨ, ਜਿਸ ਬੈਰਕ ਦੇ ਵਿੱਚ, ਉਸ ਦੇ ਬਾਹਰਲੇ ਪਾਸੇ ਜੰਗਲੇ ਕੋਲ ਜਾ ਖੜੇ। ਕਹਿੰਦੇ ਵੀ ਆ ਜਾਓ। ਉਹ ਕਹਿੰਦੇ ਜੀ ਤੁਸੀਂ ਕੌਣ? ਕਹਿੰਦੇ ਜਿਹਨੂੰ ਯਾਦ ਕਰਦੇ ਹੋ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਬਾਣੀ ਪੜ੍ਹ ਰਹੇ ਸੀ ਮੇਰੀ, ਮੈਂ ਉਹ ਹਾਂ। ਅੱਛਾ ਮਹਾਰਾਜ, ਅੱਧੀ ਰਾਤ ਦਾ ਸਮਾਂ। ਤੇ ਉਹ ਕਹਿਣ ਲੱਗੇ ਜਿੰਦਾ ਲੱਗਿਆ ਕਿਵੇਂ ਨਿਕਲੀਏ? ਕਹਿੰਦੇ ਹੱਥ ਲਾਓ ਖੁੱਲ ਜੂਗਾ। ਕਹੋ ਸਤਿਨਾਮ ਸਿੰਘ। ਪਾਤਸ਼ਾਹ ਦਾ ਬਚਨ ਹੋਇਆ, ਉਹਨੇ ਜਿੰਦੇ ਨੂੰ ਹਿਲਾਇਆ ਤੇ ਜਿੰਦਾ ਖੁੱਲ ਗਿਆ। ਗੇਟ ਖੋਲ ਲਿਆ। ਗੇਟ ਖੋਲ ਕੇ ਪਾਤਸ਼ਾਹ ਕੋਲ ਆ ਗਏ। ਤੇ ਪਾਤਸ਼ਾਹ ਕਹਿੰਦੇ ਬੈਠੋ ਘੋੜੇ ਤੇ। ਪਰ ਉਸ ਤੋਂ ਪਹਿਲਾਂ ਸੰਤਰੀ ਨੂੰ ਦੱਸ ਦਿਓ ਵੀ ਅਸੀਂ ਚੱਲੇ ਆ, ਕਿਤੇ ਲੱਭਦੇ ਨਾ ਫਿਰਿਓ। ਕਹੋ ਸਤਿਨਾਮ ਸ੍ਰੀ। ਤੇ ਇਸ ਤਰ੍ਹਾਂ ਉਹ ਦੋਨੇ ਘੋੜੇ ਤੇ ਤਾਂ ਨਾ ਬੈਠੇ। ਕਹਿੰਦੇ ਜੀ ਤਿੰਨ ਜਣੇ ਤਾਂ ਘੋੜੇ ਤੇ ਬਹਿ ਨਹੀਂ ਸਕਦੇ। ਦੱਸਦੇ ਆ ਘਟਨਾ, ਉੱਡਣਾ ਘੋੜਾ ਸਤਿਗੁਰੂ ਕੋਲੇ, ਉਹਦੇ ਨਾਲ ਹੀ ਵਿੱਚ ਉਤਰੇ ਆ। ਤੇ ਉਹਨਾਂ ਨੇ ਫਿਰ ਪਾਤਸ਼ਾਹ ਜੀ ਦੀਆਂ ਜਿਹੜੀਆਂ ਰਕਾਬਾਂ ਸੀ ਘੋੜੇ ਦੀਆਂ, ਇੱਕ ਨੇ ਉੱਧਰ ਹੱਥ ਪਾਇਆ, ਇੱਕ ਉੱਧਰ ਨੇ ਪਾਇਆ। ਤੇ ਉੱਥੋਂ ਕੱਢ ਕੇ ਪਾਤਸ਼ਾਹ ਜੀ ਉਹਨਾਂ ਨੂੰ ਲੈ ਕੇ ਜੇਲ੍ਹ ਦੇ ਵਿੱਚੋਂ ਕੱਢ ਕੇ ਤੇ ਨੰਦੇੜ ਸਾਹਿਬ ਦੇ ਰਸਤੇ ਵਿੱਚ ਇੱਕ ਜਗ੍ਹਾ ਪੈਂਦੀ ਆ, ਤੇ ਉੱਥੇ ਜਾ ਉਤਾਰਿਆ। ਕਹਿੰਦੇ ਲੋ ਵੀ ਇੱਥੇ ਉਤਰ ਜਾਓ ਤੇ ਜਾਓ ਘਰੇ ਆਪਦੇ। ਹੁਣ ਕਹੋ ਸਤਿਨਾਮ ਸ੍ਰੀ। ਉਹ ਕਹਿੰਦੇ ਸਾਨੂੰ ਨਾਲ ਹੀ ਲੈ ਚੱਲੋ। ਮਹਾਰਾਜ ਕਿੱਥੇ ਜਾਓਗੇ? ਪਾਤਸ਼ਾਹ ਕਹਿੰਦੇ ਮੈਂ ਤਾਂ ਦੋ ਲੋਕਾਂ ਦਾ ਵਾਸੀ ਆ, ਕਦੇ ਕਿਤੇ ਕਦੇ ਕਿਤੇ, ਸੱਚਖੰਡ ਦਾ ਵਾਸੀ ਆ, ਤੁਸੀਂ ਜਾਓ। ਕਹਿੰਦੇ ਨਹੀਂ ਮਹਾਰਾਜ ਅਸੀਂ ਹੁਣ ਕਿੱਥੇ ਜਾਣਾ? ਕਹਿੰਦੇ ਤੁਸੀਂ ਇੱਦਾਂ ਕਰੋ ਬਈ ਇੱਥੇ ਆ ਜਗ੍ਹਾ ਪੱਟੋ, ਇੱਥੇ ਸਾਡੀ ਪੁਰਾਣੀ ਪਿਛਲੀ ਜਨਮ ਦੀ ਤਪੱਸਿਆ ਦਾ ਸਥਾਨ ਹੈ, ਇੱਥੇ ਤੁਸੀਂ ਤਪੱਸਿਆ ਦਾ ਸਥਾਨ ਪ੍ਰਗਟ ਕਰੋ। ਇਸ ਦਾ ਨਾਮ ਮਨਵਾੜ ਸਾਹਿਬ ਹੈ। ਉਸ ਦਾ ਨਾਮ ਮਨਵਾੜ ਸਾਹਿਬ ਹੈ। ਨੰਦੇੜ ਸਾਹਿਬ ਤੋਂ ਪਹਿਲਾਂ ਆਉਂਦੀ ਜਗ੍ਹਾ ਉਹ ਗੁਰਦੁਆਰਾ ਸ਼ੀਸ਼ ਮਹਿਲ ਬਣਿਆ ਉੱਥੇ। ਤਾਂ ਗੁਰੂ ਪਿਆਰਿਓ ਉਹ ਕਹਿੰਦੇ ਜੀ ਗੁਰਦੁਆਰਾ ਕਿਵੇਂ ਬਣੂਗਾ? ਕਹਿੰਦੇ ਤੁਸੀਂ ਪਹਿਲਾਂ ਜਗ੍ਹਾ ਪੱਟੋ, ਜਗ੍ਹਾ ਪ੍ਰਗਟ ਕਰਕੇ ਫਿਰ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਜਾਓ ਨੰਦੇੜ, ਉੱਥੇ ਸਾਡਾ ਖਾਲਸਾ ਰਹਿੰਦਾ ਹੈ, ਉਹਨਾਂ ਨੂੰ ਜਾ ਕੇ ਦੱਸੋ ਸਾਰੀ ਘਟਨਾ ਵੀ ਇਸ ਤਰ੍ਹਾਂ ਸਾਨੂੰ ਜੇਲ੍ਹ 'ਚੋਂ ਗੁਰੂ ਕੱਢ ਕੇ ਲਿਆਇਆ।
ਅਤੇ ਉਹਨਾਂ ਨੇ ਇਹ ਜਗ੍ਹਾ ਦੱਸੀ ਹੈ, ਇੱਥੇ ਉਹਨਾਂ ਦਾ ਪੁਰਾਤਨ ਸਥਾਨ ਹੈ। ਕੋਈ ਤੁਸੀਂ ਇੱਥੇ ਗੁਰੂ ਘਰ ਬਣਾਓ ਤਾਂ ਕਿ ਨੰਦੇੜ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਇੱਥੇ ਰਾਤ ਕੱਟ ਸਕਣ, ਪ੍ਰਸ਼ਾਦਾ ਪਾਣੀ ਛਕ ਲੈਣ ਰਸਤੇ ਵਿੱਚ। ਤੋ ਇਸ ਤਰ੍ਹਾਂ ਜਿਹੜਾ ਸ਼ਬਦ ਗੁਰੂ ਹੈ ਜਾਂ ਪਰਮੇਸ਼ਰ ਹੈ, ਇਹ ਆਤਮਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਕਹੋ ਸਤਿਨਾਮ ਸ੍ਰੀ। ਕਬੀਰ ਸਾਹਿਬ ਜੀ ਕਹਿੰਦੇ, ਸਾਤੈ ਸਤ ਕਰ ਬਾਚਾ ਜਾਣ, ਆਤਮਾ ਰਾਮ ਲਿਹੋ ਪ੍ਰਵਾਨ। ਇਹ ਗੱਲ ਸੱਚੀ ਮੰਨ ਕਿ ਆਤਮਾ ਹੀ ਪਰਮਾਤਮਾ ਹੈ, ਤੇ ਫਿਰ ਆਤਮਾ ਨੂੰ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਰਾਮ ਨੂੰ ਵੀ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਆਤਮਾ ਤੋਂ ਨਾ ਵਿਛੋੜਿਆ ਵਿਛੜੈ, ਸਭ ਮੈਂ ਰਿਹਾ ਸਮਾਏ। ਤੇ ਜਿੱਥੇ ਉਹ ਚਾਹੇ ਜਾ ਸਕਦਾ ਹੈ, ਉਹਦੇ ਵਾਸਤੇ ਕੋਈ ਪਰਦਾ ਨਹੀਂ, ਉਹਦੇ ਵਾਸਤੇ ਕੋਈ ਕੰਧ ਨਹੀਂ, ਸਾਰਿਆਂ ਵਿੱਚੋਂ ਸਮਾਇਆ ਹੋਇਆ ਹੈ, ਚਾਹੇ ਉਹ ਕਿਤੋਂ ਦਾ ਵੀ ਵਾਸੀ ਹੈ। ਪ੍ਰੀਤਮ ਦਾ ਬਚਨ ਹੈ, ਬੰਗ ਕੇ ਬੰਗਾਲੀ ਹੈ ਕਿ ਦਿੱਲੀ ਕੇ ਦਿਲਵਾਲੀ ਹੈ, ਸਭ ਤੇਰੀ ਆਗਿਆ ਮੈਂ ਚਲਦਾ। ਤੇ ਆਗਿਆ ਸ਼ਬਦ ਵਿੱਚ ਆਉਂਦੀ ਹੈ, ਹੁਕਮ ਚ ਆਉਂਦੀ ਹੈ। ਕਹੋ ਸਤਿਨਾਮ ਸ੍ਰੀ। ਆਲ ਵੱਡ ਤਿੰਨਾਂ ਲੋਕਾਂ ਦੇ ਵਿੱਚ ਉਸ ਪਰਮੇਸ਼ਰ ਦਾ ਹੁਕਮ ਚੱਲਦਾ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹ। ਪ੍ਰੀਤਮ ਜੀ ਕਹਿੰਦੇ, ਨਾ ਵਿਛੋੜਿਆ ਵਿਛੜੈ, ਸਾਮੈ ਰਿਹਾ ਸਮਾਏ। ਦੀਨ ਦਰਦ ਦੁੱਖ ਭੰਜਣਾ, ਸੇਵਕ ਕੈ ਸਤ ਭਾਏ। ਜਦੋਂ ਸੇਵਕ ਸੱਚ ਦੇ ਰਸਤੇ ਤੇ ਚੱਲ ਪਵੇ, ਸੱਚ ਨਾਲ ਪਿਆਰ ਕਰੇ, ਤੇ ਉਹਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਵੀ ਉਹ ਆਪ ਉੱਥੇ ਪਹੁੰਚਦਾ। ਜਿਵੇਂ ਹੈਦਰਾਬਾਦ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਰਾਜਿਆਂ ਨੂੰ ਕੱਢ ਕੇ ਲਿਆਂਦਾ। ਕੋ ਸਤਨਾਮ ਸੀ। ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੀ ਜੇਲ੍ਹ ਚੋਂ ਰਾਜਿਆਂ ਨੂੰ ਕੱਢ ਕੇ ਲਿਆਂਦਾ, 52 ਕੈਦੀਆਂ ਨੂੰ। ਸ਼ਬਦ ਐਸੀ ਤਾਕਤ ਰੱਖਦਾ ਹੈ, ਸ਼ਬਦ ਵਿੱਚ ਬੜੀ ਤਾਕਤ ਹੈ। ਇਸੇ ਕਰਕੇ 10ਵੇਂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਇਹਨੂੰ ਸਾਖਿਅਤ ਗੁਰੂ ਦਾ ਦਰਜਾ ਦਿੱਤਾ ਹੈ। ਕੋ ਸਤਨਾਮ ਸੀ। ਔਰ ਇਹ ਤਾਂ ਪ੍ਰਗਟ ਕੀਤਾ ਨਾ, ਦਰਜਾ ਤੇ ਇਹਦੇ ਕੋਲੇ ਪਹਿਲਾਂ ਵੀ ਸੀਗਾ, ਪਰ ਪਹਿਲਾਂ ਅਲੋਪ ਸੀ, ਕਿਸੇ ਨੂੰ ਪਤਾ ਨਹੀਂ ਸੀ ਗੁਰੂ ਕੌਣ ਹੈ। ਕੋਈ ਕਿਸੇ ਨੂੰ ਮੰਨਦਾ ਸੀ, ਕੋਈ ਕਿਸੇ ਨੂੰ ਮੰਨਦਾ ਸੀ, ਕੋਈ ਕਿਸੇ ਨੂੰ ਮੰਨਦਾ ਸੀ। ਲੋਕ ਜਾਂ ਮੂਰਤੀਆਂ ਨਾਲ ਜੁੜੇ ਸੀ, ਜਾਂ ਪੱਥਰਾਂ ਨਾਲ ਜੁੜੇ ਸੀ, ਜਾਂ ਕੰਧਾਂ ਨਾਲ ਜੁੜੇ ਸੀ, ਜਾਂ ਨਦੀਆਂ ਨਾਲਿਆਂ ਨਾਲ ਜੁੜੇ ਸੀ। ਪਰ ਗੁਰੂਆਂ ਨੇ ਦੱਸਿਆ ਕਿ ਜਿਹਨੂੰ ਮੰਨਣਾ ਉਹ ਸ਼ਬਦ ਹੈ ਅਸਲ ਵਿੱਚ। ਕੋ ਸਤਨਾਮ ਸੀ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਅਸਲ ਵਿੱਚ ਉਹ ਸ਼ਬਦ ਹੈ। ਤੁਸੀਂ ਸ਼ਬਦ ਨਾਲ ਜੁੜੋ। ਮੇਰਾ ਰੂਪ ਗ੍ਰੰਥ ਜੀ ਮਾਨ, ਕਿੰਨਾ ਸਪਸ਼ਟ ਕਹਿ ਦਿੱਤਾ 10ਵੇਂ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਵਿੱਚ ਕਿ ਮੈਂ ਸ਼ਬਦ ਹਾਂ, ਤੁਸੀਂ ਵੀ ਸ਼ਬਦ ਹੋ। ਕੋ ਸਤਨਾਮ। ਆਪਾਂ ਸਾਰੇ ਸ਼ਬਦ ਹਾਂ। ਤੇ ਜਦੋਂ ਕੋਈ ਮਰਦਾ ਹੈ, ਉਹਦੇ ਵਿੱਚੋਂ ਸ਼ਬਦ ਹੀ ਤਾਂ ਨਿਕਲ ਕੇ ਜਾਂਦਾ, ਮੁੜ ਕੇ ਨਾ ਬੋਲਦਾ, ਨਾ ਸੁਣਦਾ, ਨਾ ਹਲਦਾ, ਨਾ ਚੱਲਦਾ। ਉਹਦੇ ਸਵਾਸਾਂ ਦੇ ਨਾਲ ਹੀ ਉਹਦੀ ਬੋਲਬਾਣੀ, ਬੋਲਣ ਵਾਲਾ ਵੀ ਚਲਿਆ ਜਾਂਦਾ ਹੈ। ਤਾਂ ਤੇ ਆਪਾਂ ਸ਼ਬਦ ਹਾਂ, ਗੁਰੂ ਵੀ ਸ਼ਬਦ ਹੈ, ਪਰਮੇਸ਼ਰ ਵੀ ਸ਼ਬਦ ਹੈ। ਆਪਾਂ ਉਸੇ ਦੀ ਅੰਸ਼ ਹਾਂ ਤੇ ਆਪਾਂ ਸ਼ਬਦ ਵਿੱਚ ਸਮਾਉਣਾ। ਹੁਣ ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਹੜੇ ਸ਼ਬਦ ਵਿੱਚ ਸਮਾਉਣੇ ਹੋ। ਜੇ ਮਰਨ ਵੇਲੇ ਕੋਈ ਯਾਦ ਕਰ ਲੈਂਦਾ, ਹਾਏ ਮੈਂ ਮਰ ਗਿਆ, ਮੇਰੀ ਘਰਵਾਲੀ ਦਾ ਕੀ ਬਣੂ, ਤੇ ਇਹ ਵੀ ਸ਼ਬਦ ਚੱਕ ਲਿਆ ਉਸਨੇ। ਅੰਤਕਾਲ ਜੇ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਆਪਣਾ ਬੇਸਬਾ ਜੋਨ ਬਲ ਬਲ ਉਤਰੇ। ਭਗਤ ਆਪਣਾ ਤਲੋਚਨ ਜੀ ਦਾ ਇਹ ਸ਼ਬਦ ਹੈ ਕਿ ਅੰਤ ਵੇਲੇ ਜੈਸਾ ਸ਼ਬਦ ਤੁਹਾਡੇ ਕੋਲ ਹੋਵੇਗਾ, ਤੁਹਾਡੀ ਰੂਹ ਉੱਥੇ ਜਾ ਕੇ ਦੁਬਾਰਾ ਜਨਮ ਲਵੇਗੀ। ਜੇ ਤੁਹਾਡੇ ਕੋਲ ਵਾਹਿਗੁਰੂ ਹੋਵੇਗਾ, ਰਾਮ ਹੋਵੇਗਾ, ਅੱਲਾ ਖੁਦਾ ਹੋਵੇਗਾ, ਤੇ ਤੁਸੀਂ ਪਰਮੇਸ਼ਰ ਵਿੱਚ ਮਿਲ ਜਾਓਗੇ। ਕੋ ਸਤਨਾਮ ਸੀ। ਤੋ ਜਿਤਨਾ ਵੀ ਇਹ ਧਰਮ ਦੇ ਕਾਰਜ ਹੈ, ਇਹ ਆਤਮਾ ਨੂੰ ਪਰਮਾਤਮਾ ਯਾਦ ਕਰਾਉਣ ਵਾਸਤੇ ਹੀ ਹੈ। ਪ੍ਰੀਤਮ ਜੀ ਕਹਿੰਦੇ, ਨਾ ਵਿਛੋੜਿਆ ਵਿਛੜੈ, ਸਭ ਮੈਂ ਰਿਹਾ ਸਮਾਏ। ਦੀਨ ਦਰਦ ਦੁੱਖ ਭੰਜਣਾ, ਸੇਵਕ ਕੈ ਸਤ ਭਾਏ। ਉਹ ਦੀਨਾਂ ਦਾ, ਨਿਮਾਣਿਆਂ ਦੇ ਦਰਦਾਂ ਨੂੰ, ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਹੈ। ਕਿ ਤੁਹਾਨੂੰ ਅੰਦਰੋਂ ਗਾਈਡ ਨਹੀਂ ਕਰਦਾ, ਕਿ ਤੁਹਾਨੂੰ ਤੁਹਾਡੇ ਮਿੱਤਰਾਂ ਦੇ ਰਾਹੀਂ ਗਾਈਡ ਨਹੀਂ ਕਰਦਾ,
ਕਿਸੇ ਪਰਿਵਾਰਕ ਸੰਬੰਧੀਆਂ ਰਾਹੀਂ ਗਾਈਡ ਨਹੀਂ ਕਰਦਾ, ਸਾਰਿਆਂ ਦੇ ਵਿੱਚ ਤਾਂ ਉਹੀ ਹੈ। ਸੱਟ ਵੱਜ ਗਈ, ਪੈਰ ਤੇ ਸੱਟ ਵੱਜੀ ਆ, ਅੰਦਰੋਂ ਹੁਕਮ ਆਉਂਦਾ ਹੈ ਕੰਡਾ ਕੱਢੋ, ਪੈਰ ਤੇ ਸੱਟ ਵੱਜੀ ਹੈ, ਇਹਨੂੰ ਬੰਦ ਕਰੋ, ਖੂਨ ਨਿਕਲਿਆ। ਅੰਦਰੋਂ ਹੁਕਮ ਆਉਂਦਾ ਹੈ ਤੇ ਹੱਥ ਤੁਰੰਤ ਉਸੇ ਜ਼ਖਮ ਤੇ ਜਾਂਦੇ ਆ। ਕੋਈ ਸਤਨਾਮ ਸ੍ਰੀ, ਇਹ ਕੌਣ ਹੈ ਕਰਨ ਵਾਲਾ? ਉਹੋ ਹੀ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਆਚਾਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਏ। ਪੰਜਵੇਂ ਪ੍ਰੀਤਮ ਜੀ ਕਹਿੰਦੇ ਹੈ ਮੇਰੀ ਮਾਤਾ, ਉਹ ਅਚਰਜ ਪਰਮੇਸ਼ਰ, ਅਚਰਜ ਰੂਪ ਵਾਲਾ, ਨਿਰੰਜਨੋ ਕਾਲਸ ਤੋਂ ਵਿਕਾਰਾਂ ਤੋਂ ਰਹਿਤ, ਰੰਗ ਰੂਪ ਤੋਂ ਰਹਿਤ, ਇਹ ਮੈਨੂੰ ਗੁਰੂ ਨੇ ਮਿਲਾਇਆ। ਦਸਵੇਂ ਪਾਤਸ਼ਾਹ ਜੀ ਵੀ ਦੱਸਦੇ ਆ ਗੱਲ। ਨਿਰੰਜਨ ਦਾ ਅਰਥ ਹੈ ਜਿਸ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ, ਜੋ ਕਾਲਾ ਪੀਲਾ ਨੀਲਾ ਨਹੀਂ ਹੈ। कैसा है? चक्र चिन्ह अर वर्ण जाति अर पात नाहन जे रूप रंग अर रेख भेख को कह ना सकत कहे अचल मूर्ति अनभव प्रकाश अमितोज कहिजै। अनभव दे विच ओहदा प्रकाश हुंदा है ते अनभव दे विच तां शब्द आउंदा है। फिर कहो सतनाम श्री। तुसीं किसी भी बारे काम बारे सोच रहे हो भी इहनूं किवें करां ते तुहाडी सोच अंदर जांदी है ना दिमाग दे विच, ते दिमाग विचों तुहानूं अनेकां तरह की गाइडेंस मिलती है। ऐं कर ला, इनू ऐं भी कर सकदा, तू इदां भी कर सकदा, इदां भी कर सकदा। वो कौन है जिहड़ा तुहानूं गाइड कर रहा है? वो शब्द हुक्म ही तुहाडे अंदर बैठ के तुहानूं गाइड कर रहे है। तुसीं गड्डी भजा रहे हो, अगे कोई आ गया, तुहानूं ड्राइवर नूं कौन ड्राइविंग कर रहा है? ड्राइवर गड्डी चला रहे है, ड्राइवर नहीं ड्राइविंग उहदे विच बैठा कोई होर कर रहा है। कोई सतनाम जो हुक्म दिंदा है बार बार रोक, ब्रेक ला, खाली है सड़क भजा ला। मोड़ घोड़ कढ़न की कौन गाइडेंस करता है? किते अन्ना बंदा थोड़ा ही उहदे विचों गाइड कर सकता है। इत्थों देख रहा अखां चों ते दिमाग नूं गाइड करदा है। दिमाग दा जिहड़ा कनैक्ट है सारे पैरां नाल ते हत्थां नाल है, वो पैरां हत्थां नूं गाइड करदे आ अगे। को सतनाम श्री। ते असीं गड्डी चला रहे हैं, इस करके वो ऐसा परमेश्वर रंग रूप तो रहत पर सब दे दिमाग च बैठा, अकल कला भरपूर रहे आ। ये अकल दी कला दे विच भरपूर वसिया होया। अकल दिमाग जिहदी अपनी कोई कल नहीं, भाव जिहदा अपना कोई शरीर नहीं, पर इन्हां सारे शरीर दे पुरजियां नूं वरतन वाला हो है। अकल कला भरपूर रहे। आचार्य रूप निरंजनो गुर में लाया माए। ऐसा आचार्य परमेश्वर मैनू गुरु ने मिलाया। भाई रे मित्रों, तुहानू भी दसदा पंजवें पातशाह हुण सानू कहिंदे आ, भाई रे मीत करो प्रभ सोए। आओ इनू मित्र बनाईए, आपां शब्द नाल जुड़ीए। ये शब्द सानू औखे वेले गाइड करेगा, हर वेले गाइड करता है। भाई रे मीत करो प्रभ सोए। आओ ये शब्द गुरु नाल जुड़िए। माया मोह प्रीत धृग सुखी ना दिसै कोए। जिथे तुसी प्रीति पाई है माया, ते माया तो केवल मतलब पैसा नहीं हैगा। माया का मतलब बहुत कुछ है। जो दिसै ये सारी माया ही माया है। कोई सतनाम श्री। किसी का दिमाग गलत हो गया, किसी की सोचनी देखनी बदल गई। जो दिसै सो तेरा रूप, ओनू माया की बजाय अंदरों परमेश्वर दिसन लगे। कोई सतनाम श्री। बाकियां नूं बाहरों माया दिसदी है, मेरी पत्नी है, मेरा पुत्र है, मेरे धीआं है, मेरे रिश्तेदार साख संबंधी है। पर भाई कन्हैया जी की दिव्य दृष्टि खुल गई, वो दुश्मनों विच भी परमेश्वर नूं देखण लगे। कोई सतनाम श्री। तो इस तरह ये है सारी माया। जे असीं शरीरां नाल जुड़ांगे तो माया नाल जुड़दे हां, जे शब्द नाल जुड़ांगे तो परमेश्वर नाल जुड़ांगे। इस करके माया का जिहड़ा मोह है ये झूठा है, खत्म होने वाला है। इन्हां नाल जुड़ के कोई सुख ही नहीं वसिया। क्योंकि जिस तरह रिश्ते बनते टुटते रहंदे आ, बाल बच्चे पैदा होए, कई मर भी जाते विचों। जब पैदा होया तो आप बड़े खुश होए, पर जब मर गया बड़े दुखी होए। इस करके माया का जिहड़ा दुख है ये सानू दुखी करता है। रहाओ
आओ उस एक नाल जुड़िए जिसनों पातशाह ने कहा दाना दाता सीलवंत निर्मल रूपे अपार। जिहड़ा दाना सब तो सियाणा है ते बंदा सियाणे की सलाह लैंदा है ना। पातशाह कहने जे कोई सलाह देने वाला ना मिले तो कंध कन्नी मूँह करके कंध नूं पुछ लो। हुण कंध तो बोलदी नहीं, पर मतलब है कि सारे पासों ध्यान तोड़ के अपने अंदर चले जाओ। को सतनाम श्री कंध तो अगे कोई नहीं दिसेगा सानू, कंध बोलदी नहीं, फिर की होगा? तुहाडी वेखण वाला अंदर चलिया जाएगा, अंदर जाके अंदरले नूं पुछूगा भी दस की करा हुण। को सतनाम श्री एक मोटा जिहा ढंग है सियाणिਆਂ ने समझाउण दा, बई जे कोई होर ना टकरे तो कंध नूं पुछ लो। भाव 2 मिनट सोच लो, जे तुहाडे कोलों कोई काम नहीं सैट हो रहा तो अपने अंदरले नूं पुछ लो। को सतनाम वो दस देवेगा। प्रीतम जी कहते दाना जो बड़ा सियाणा है, दाता जो सारियां दातां देण वाला है, सीलवंत जो निमरता दा खुशियां दा खजाना है, निर्मल जिसनों कोई मैल नहीं है, रूप अपार जिसका सुंदर स्वरूप बड़ा बेअंत है, सखा सहाई जिहड़ा तेरा मित्रा वांगू मदद करेगा। गाइड फिर शब्द ही करदा ना औखे थमें ते, जिहड़ा तेरी मित्रा वांगू मदद करेगा। सखा मित्र जिवें अर्जन दे नाल कृष्ण जी, और कृष्ण जी अर्जन नूं सखा कहंदे आ, मित्र कहंदे ने। इस करके असी गुरु नूं मित्र भी बना सकते हैं। को सतनाम श्री ते जे गुरु नूं असी मित्र मान लईए ते मित्र कदे किसी का बुरा नहीं करता। को सतनाम श्री ते फिर जो भी जीवन दे विच दुख सुख आउंदा है, फिर असी कदे मित्र नूं लांभा नहीं देवांगे, क्यों मित्र ने जो भी कीता साडे भले वास्ते कीता होना है। को सतनाम श्री होर कोई तेरा मित्र नहीं है। भाई रे मीत करो प्रभ सोए, आओ गुरु नूं मित्र बना लीए, परमेश्वर नूं मित्र बना लीए। को सतनाम श्री तो लांभा देना बंद हो जाएगा ना। पर जदों असीं उहनूं लांभा दिंदे आ ते लांभे दुश्मन नूं देईदे आ, ते रब किते दुश्मन थोड़ा ही है साडा, गुरु दुश्मन थोड़ा ही है। जे तुहाडा बच्चा अजे बहुत छोटा है, साइकिल मसां चलाउंदा है ते मोटरसाइकिल मंगे ते किवें देओगे उहनूं? को सतनाम श्री कि तुसीं दुश्मन हो उसदे? नहीं, तुसीं उहदा भला चाहुंदे हो कि किते सट ना खा ले। को सतनाम श्री ऐडा परमेश्वर भी सोचदा होना है, गुरु भी सोचदा है। सानू उन्हां नहीं पता, साडे प्यो नूं वध पता है। को सतनाम श्री साडे नालों, ताकि साडा जीवन सुखमय रहे। माँ प्यो यही सोचदा है। इस करके गुरु भी पिता ते माता का रोल करता है। गुरुदेव पिता, गुरुदेव माता, गुरुदेव पिता, गुरुदेव स्वामी परमेश्वरा, गुरुदेव सखा मित्र, गुरुदेव सखा अज्ञान भंजन, अज्ञानता दूर करने वाला, बंधप संबंधी सहोदरा, वड्डा भाई। को सतनाम श्री भाई ते भाई भाई का कदे बुरा थोड़े करता। को सतनाम श्री मेरे प्रीतम जी कहते आओ मित्रो आपां परमेश्वर नूं मित्र बनाइए। सखा सहाई अत वड्डा, ऊंचा वड्डा अपार, इदों वड्डा होर कोई नहीं। लोग मंत्रियां नूं मित्र बनाउणा चाहुंदे आ, कोई MLA नूं मित्र बनाउंदा है, कोई छोटे नूं बना लैंदा है। किसी की पहुँच है मंत्री कोले पहुँच जाता, किसी की पहुँच प्रधानमंत्री कोले है। बाबा जी कहते आओ इन्हां तो वड्डे नाल दोस्ती पाईए। को सतनाम श्री जी तो वड्डा कोई नहीं हैगा होर। सखा सहाई अत वड्डा, ऊंचा वड्डा अपार। भगत नामदेव जी नूं गुरु प्यारे हो, जिन्हां तो बचपन दे विच भजन बंदगी करदिआं किते गां जिउंदी हो गई ते एक बच्चा जिउंदा हो गया ब्राह्मणा का। ते इस भगत नामदेव जी नूं एक राजे ने, एक सुल्तान ने कैद कर लिया। बाणी का बचन है नामा सुल्ताने बांध ला, देखो तेरा हर बीठला। क्योंकि भगतां दे नाल हिंदू भी लगते सी ते मुसलमान भी लगते सी।
ਬ੍ਰਾਹਮਣ ਇਸ ਕਰਕੇ ਲੱਗਦੇ ਸੀ ਕਿ ਉਹ ਲੋਕਾਂ ਨੂੰ ਸੱਚ ਨਾਲ ਜੋੜਦੇ ਸੀਗੇ ਤੇ ਇਹਨਾਂ ਦੇ ਪਖੰਡ ਦਾ ਭਾਂਡਾ ਭੰਨਦੇ ਸੀਗੇ। ਤੇ ਮੁਸਲਮਾਨ ਤਾਂ ਲੱਗਦੇ ਸੀਗੇ ਵੀ ਉਹ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸੀ ਤੇ ਭਗਤ ਆਪਣਾ ਧਰਮ ਨਹੀਂ ਸੀ ਛੱਡਦੇ, ਦੂਜਿਆਂ ਨੂੰ ਵੀ ਧਰਮ ਕਾਇਮ ਰੱਖਣ ਦੀ ਗਾਈਡ ਕਰਦੇ ਸੀ। ਇਹ ਦੋਨੇ ਧਿਰਾਂ ਹੀ ਲੱਗਦੀਆਂ ਸੀ, ਭਗਤਾਂ ਨਾਲ ਤੇ ਗੁਰੂਆਂ ਨਾਲ ਵੀ, ਅੱਜ ਤੱਕ ਵੀ ਲੱਗ ਰਹੀਆਂ। ਇਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ ਕੰਮ। ਸੱਚ ਜਿਹੜਾ ਹੈ, ਸੱਚ ਦਾ ਬੋਲ ਵਾਲਾ ਝੂਠੇ ਨੂੰ ਚੰਗਾ ਨਹੀਂ ਲੱਗਦਾ। ਭਗਤ ਨਾਮਦੇਵ ਜੀ, ਮੈਂ ਸਿਰੇ ਤੋਂ ਗੱਲ ਸ਼ੁਰੂ ਕਰਾਂ, ਕਿਤੇ ਬੈਠੇ ਐ ਦਰਖਤ ਹੇਠਾਂ ਆਪਣੀ ਬੀਣਾ ਲੈ ਕੇ, ਤੁੰਬਾ ਲੈ ਕੇ ਵਜਾ ਰਹੇ ਨੇ, ਭਜਨ ਬੰਦਗੀ ਕਰ ਰਹੇ ਨੇ। ਤੇ ਇੱਕ ਬ੍ਰਾਹਮਣ ਬੱਚਾ ਗੁਜ਼ਰ ਗਿਆ ਤੇ ਉਸ ਨੂੰ ਗੁਰੂ ਪਿਆਰਿਓ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਹੈ। ਤੇ ਉਹਨਾਂ ਦਿਨਾਂ ਵਿੱਚ ਸਤੀ ਦੀ ਰਸਮ ਬੜੀ ਚੱਲਦੀ ਸੀ। ਉਹਦੀ ਘਰਵਾਲੀ ਆਪਣੇ ਮੁਰਦਾ ਪਤੀ ਨਾਲ ਹੀ ਸਤੀ ਹੋ ਜਾਂਦੀ, ਜਿਉਂਦੀ ਹੀ ਮੱਚ ਜਾਂਦੀ। ਉਸ ਬੱਚੇ ਦੀ ਘਰਵਾਲੀ ਵੀ ਮਗਰ ਮਗਰ ਜਾ ਰਹੀ ਆ ਸਤੀ ਹੋਣ ਵਾਸਤੇ। ਤੇ ਰਸਤੇ 'ਚ ਭਗਤ ਨਾਮਦੇਵ ਜੀ ਬੈਠੇ ਨੇ ਭਗਤੀ ਵਿੱਚ ਲੀਨ। ਉਸ ਇਸਤਰੀ ਨੇ ਸੋਚਿਆ ਕਿ ਕਿਉਂ ਨਾ ਜਾਂਦੇ ਜਾਂਦੇ ਸਾਧੂਆਂ ਦੀ ਆਸ਼ੀਰਵਾਦ ਹੀ ਲੈ ਲਈਏ, ਮਰਤਾ ਜਾਣਾ ਹੀ ਆ। ਇਹਨੇ ਜਾ ਕੇ ਮੱਥਾ ਟੇਕਤਾ, ਕਿਤੇ ਨਮਸਕਾਰ ਕੀਤੀ। ਭਗਤੀ ਜੀ ਕਹਿੰਦੇ ਸੁਖੀ ਵਸੋ ਸੁਹਾਗਵੰਤੀ ਹੋਵੋ। ਉਹ ਬੀਬੀ ਕਹਿੰਦੀ ਬਾਬਾ ਜੀ ਇਹ ਕੀ ਕਹਿਤਾ? ਕਹਿੰਦੇ ਕਿਉਂ, ਬੜਾ ਕਹਿਤਾ। ਕਹਿੰਦੀ ਮਹਾਰਾਜ ਮੇਰਾ ਪਤੀ ਮਰ ਗਿਆ, ਹੁਣ ਮੈਂ ਸੁਹਾਗਵੰਤੀ ਕਿੱਥੋਂ ਰਹੇਗੀ? ਕਹੋ ਸਤਨਾਮ ਸ੍ਰੀ। ਉਹ ਮੇਰੇ ਪਤੀ ਨੂੰ ਲਈ ਜਾਂਦੇ ਨਾ ਸੰਸਕਾਰ ਕਰਨ ਵਾਸਤੇ, ਮੈਂ ਉਹਦੇ ਨਾਲ ਸਤੀ ਹੋਣਾ। ਮੈਂ ਸਾਧੂ ਬੈਠੇ ਦੇਖ ਕੇ ਮੱਥਾ ਟੇਕ ਲਿਆ। ਹੁਣ ਜਾਂ ਤਾਂ ਸਾਧੂਆਂ ਦੇ ਬਚਨ ਨਹੀਂ ਪੂਰੇ ਹੋਣੇ ਤੇ ਜਾਂ ਫਿਰ ਮੇਰਾ ਪਤੀ ਜਿਉਂਦਾ ਹੋਵੇ, ਮੈਨੂੰ ਸੁਹਾਗਵੰਤੀ ਕਰੋ। ਕਹੋ ਸਤਨਾਮ ਸ੍ਰੀ। ਭਗਤ ਜੀ ਨੇ ਧਿਆਨ ਜੋੜ ਕੇ ਪਰਮੇਸ਼ਰ ਅੱਗੇ ਅਰਦਾਸ ਕੀਤੀ, ਮਹਾਰਾਜ ਆ ਕੀ ਹੋ ਗਿਆ? ਮੈਨੂੰ ਤਾਂ ਪਤਾ ਹੀ ਨਹੀਂ ਸੀਗਾ, ਮੈਂ ਤਾਂ ਸਹਿਜ ਸੁਭਾਅ ਹੀ ਕਹਿਤਾ। ਹੁਣ ਸਾਧੂ ਸਭ ਦਾ ਭਲਾ ਹੀ ਲੋਚਦੇ ਆ, ਮੈਂ ਤਾਂ ਸਹਿਜ ਸੁਭਾਅ ਕਹਿ ਬੈਠਾ ਤੇ ਤੁਹਾਡੇ ਕੰਮ ਦੇ ਵਿੱਚ ਵਿਘਨ ਪੈ ਗਿਆ। ਮੈਥੋਂ ਅੰਦਰੋਂ ਹੁਕਮ ਹੋਇਆ, ਨਹੀਂ ਇਹ ਵੀ ਮੇਰੀ ਮਰਜ਼ੀ ਆ, ਜਾ ਤੂੰ ਗੜਵੇ ਵਾਲਾ ਪਾਣੀ ਛਿੜਕ ਦੇ, ਬੱਚਾ ਜਿਉਂਦਾ ਹੋ ਜੂ। ਤੇਰਾ ਬਚਨ ਸੱਤ ਰਹੇਗਾ, ਮੇਰਾ ਰਹੇ ਜਾਂ ਨਾ ਰਹੇ। ਕੋ ਸਤਨਾਮ ਸ੍ਰੀ। ਮੇਰੀ ਬਾਂਦੀ ਭਗਤ ਛਡਾਵੇ। ਭਗਤ ਜੀ ਨੇ ਉਹ ਪਾਣੀ ਵਾਲਾ ਗੜਵਾ ਚੱਕਿਆ, ਬੀਬੀ ਦੇ ਨਾਲ ਤੁਰ ਪਏ। ਜਿੱਥੇ ਲੱਕੜਾਂ ਉੱਤੇ ਲਿਜਾ ਕੇ ਬੱਚੇ ਨੂੰ ਪਾਤਾ ਸੀ, ਬੀਬੀ ਨੂੰ ਉਡੀਕ ਰਹੇ ਸੀ। ਭਗਤ ਜੀ ਵੀ ਪਹੁੰਚ ਗਏ ਤੇ ਭਗਤ ਜੀ ਨੇ ਪਰਮੇਸ਼ਰ ਦਾ ਨਾਮ ਲੈ ਕੇ ਬੈਠਲ ਜਦ ਜਲ ਛਿੜਕਿਆ, ਉਹ ਬੱਚਾ ਜਿਉਂਦਾ ਹੋ ਗਿਆ। ਤੇ ਪਿੰਡ ਵਿੱਚ ਭਗਤ ਜੀ ਦੀ ਮਹਿਮਾ ਹੋਰ ਵੀ ਫੈਲ ਗਈ। ਕਹੋ ਸਤਨਾਮ ਸ੍ਰੀ। ਜਦ ਬੜੀ ਮਹਿਮਾ ਫੈਲ ਗਈ, ਜਿੱਥੇ ਕੁਝ ਤੁਰਕ ਤੇ ਕੁਝ ਹਿੰਦੂ ਲੋਕ, ਬ੍ਰਾਹਮਣ ਲੋਕ ਲੱਗਦੇ ਸਨ ਭਗਤ ਜੀ ਨਾਲ, ਉਹਨਾਂ ਨੂੰ ਹੋਰ ਵੀ ਈਰਖਾ ਵੱਧ ਗਈ ਵੀ ਯਾਰ ਲੜਕਾ ਜਿਉਂਦਾ ਕਰਕੇ ਤਾਂ ਇਹਦੀ ਬੜੀ ਮਹਿਮਾ ਫੈਲ ਗਈ। ਹੁਣ ਉਹ ਕੋਸ਼ਿਸ਼ਾਂ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਭਗਤ ਨਾਮਦੇਵ ਨੂੰ ਮਾਰਿਆ ਜਾਵੇ। ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਸੁਲਤਾਨ ਰਾਜਾ ਹੈ, ਉਹਦੇ ਕੋਲ ਗਾਂ ਰੱਖੀ ਹੋਈ ਹੈ ਦੁੱਧ ਵਾਸਤੇ। ਉਹ ਗਾਂ ਮਰ ਗਈ ਤੇ ਇਹਨਾਂ ਕੁਝ ਰਖਾਲੂ ਲੋਕਾਂ ਨੇ ਜਾ ਕੇ ਬੇਨਤੀ ਕੀਤੀ, ਰਾਜਾ ਸਾਹਿਬ ਉਹ ਛਿੰਬਿਆਂ ਦਾ ਮੁੰਡਾ ਨਾਮਾ, ਆਹੋ ਕਹਿੰਦੀ ਉਹ ਜਿਉਂਦੀ ਕਰ ਸਕਦਾ। ਉਹਨੇ ਇੱਕ ਮੁੰਡਾ ਜਿਉਂਦਾ ਕਰਤਾ ਸੀ ਪੰਡਤਾਂ ਦਾ, ਤੇ ਤੁਸੀਂ ਉਹਦੇ ਕੋਲੋਂ ਆਪਣੀ ਗਾਂ ਜਿਉਂਦੀ ਕਰਾ ਲਓ। ਇੰਨਾ ਦੁੱਧ ਦਿੰਦੀ ਹੈ, ਤੁਹਾਡੀ ਤਾਂ ਬੜੀ ਕੀਮਤੀ ਗਾਂ ਹੈ, ਤੇ ਉਹਨੂੰ ਕੀ ਲੱਗਣਾ, ਜਿਉਂਦੀ ਕਰ ਦੂਗਾ। ਉਸੇ ਵੇਲੇ ਕਹਿੰਦੇ ਰਾਜੇ ਨੇ ਇਹ ਗੱਲ ਸੁਣ ਕਰਕੇ ਉਹਨੂੰ ਸੱਦ ਲਿਆ। ਭਗਤ ਜੀ ਲਿਖਦੇ ਆ ਬਾਣੀ ਵੀ, ਸੁਲਤਾਨਾ ਨਾਮੇ ਬਾਂਧਲਾ ਦੇਖੋ ਤੇਰਾ ਹਰ ਬੀਠਲਾ, ਮੋਈ ਹੋਈ ਗਊ ਦੇਹੋ ਜਵਾਏ, ਨਾਤਰ ਗਰਦਨ ਮਾਰੋ ਠਾਏ। ਭਗਤ ਜੀ ਨੂੰ ਕਹਿੰਦੇ ਮੇਰੀ ਗਾਂ ਜਿਉਂਦੀ ਕਰ। ਭਗਤ ਜੀ ਕਹਿੰਦੇ ਮੈਂ ਥੋੜ੍ਹਾ ਕਰ ਸਕਣਾ। ਕਹਿੰਦੇ ਪਹਿਲਾਂ ਫਲਾਨਿਆਂ ਦਾ ਮੁੰਡਾ ਜਿਉਂਦਾ ਕਰਤਾ ਸੀ। ਕਹਿੰਦੇ ਉਹ ਹੋ ਗਿਆ, ਕੁਦਰਤ ਨੇ ਕਰਤਾ, ਮੈਂ ਕੁਛ ਨਹੀਂ ਕੀਤਾਗਾ। ਕਹਿੰਦੇ ਵੇਖ ਆ ਗਾਂ ਜਿਉਂਦੀ ਕਰ ਦੇ। ਕਹਿੰਦਾ ਮੈਂ ਨਹੀਂ ਕਰ ਸਕਦਾ, ਉਹ ਪਰਮੇਸ਼ਰ ਦੇ ਕੌਤਕ ਹੁੰਦੇ ਆ, ਮੈਂ ਨਹੀਂ ਕੁਛ ਕੀਤਾਗਾ। ਨਾ ਹਮ ਕਰੇ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਰਾਜਾ ਗੁੱਸੇ 'ਚ ਆ ਗਿਆ, ਕਹਿੰਦਾ ਇਹਨੂੰ ਕੈਦ ਕਰੋ, ਸੰਗਲਾਂ ਵਿੱਚ ਬੰਨ੍ਹ ਦਿਓ। ਇਸ ਨੂੰ ਬੰਨ੍ਹ ਦਿੱਤਾ ਗਿਆ, ਬੰਨ੍ਹ ਕੇ ਬਿਠਾਤਾ।
ਬਿਠਾਉਣ ਤੋਂ ਬਾਅਦ ਕਹਿਣ ਲੱਗੇ ਹੁਣ ਤੈਨੂੰ 10 ਘੜੀਆਂ ਦਿੱਤੀਆਂ, 10 ਘੜੀਆਂ ਦੇ ਵਿੱਚ 24 ਮਿੰਟਾਂ ਦੀ ਘੜੀ ਹੈ ਤੇ 10 ਘੜੀਆਂ ਤੈਨੂੰ ਦਿੱਤੀਆਂ। 10 ਘੜੀਆਂ ਦੇ ਵਿੱਚ ਜਾਂ ਤਾਂ ਤੂੰ ਗਾਂ ਜਿਉਂਦੀ ਕਰ ਦੇ, ਜਾਂ ਤੂੰ ਅੱਜ ਤੋਂ ਬਾਅਦ ਮੁਸਲਮਾਨ ਬਣ ਜਾ, ਹਿੰਦੂ ਧਰਮ ਛੱਡ ਕੇ, ਭਗਤੀ ਛੱਡ ਕੇ ਰਾਮ ਰਾਮ ਕਹਿਣਾ ਬੰਦ ਕਰ ਤੇ ਅੱਲਾ ਅੱਲਾ ਕਰਿਆ ਕਰ, ਕਹੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਾਂ ਫਿਰ ਆ ਤਲਵਾਰ ਪਈ ਹੈ ਮੈਂ ਤੈਨੂੰ ਵੱਢ ਦੂੰਗਾ, ਹੁਣ ਕਹੋ ਸਤਨਾਮ ਸ੍ਰੀ। ਭਗਤ ਜੀ ਕਹਿੰਦੇ ਨਾ ਮੈਂ ਧਰਮ ਛੱਡਾਂ, ਨਾ ਮੈਂ ਗਾਂ ਜਿਉਂਦੀ ਕਰ ਸਕਦਾ, ਤੂੰ ਵੱਢਣਾ ਤਾਂ ਵੱਢ ਦੇ। ਤੇ ਭਗਤ ਜੀ ਉਹ ਸੰਗਲ ਹੀ ਖੜਕਾਉਣ ਲੱਗੇ, ਸੰਗਲਾਂ ਨੂੰ ਸਾਜ਼ ਬਣਾ ਲਿਆ ਤੇ ਬੀਠਲ ਬੀਠਲ ਯਾਦ ਕਰਨ ਲੱਗੇ, ਕਹੋ ਸਤਨਾਮ ਸ੍ਰੀ। ਜੋ 7 ਘੜੀਆਂ ਬਤੀਤ ਹੋ ਗਈਆਂ ਨਾ, ਜੋ 7 ਘੜੀਆਂ ਬੀਤੀਆਂ, ਇਹਨਾਂ ਨੇ ਉੱਪਰ ਨਿਗਾਹ ਮਾਰੀ, 7 ਘੜੀ ਜਾਂ ਬੀਤੀ ਸੁਣੀ ਅਜੇ ਨਾ ਆਇਓ, ਤ੍ਰੈ ਭਵਨ ਧਣੀ ਮਾਲਕ ਹਜੇ ਆਇਆ ਨਹੀਂ ਗਾ। ਬਸ ਉੱਤੇ ਦੇਖਣ ਦੀ ਦੇਰ ਸੀ। ਪਖੰਤਨ ਬਾਜ ਬਜਾਇਲਾ, ਗਰੁੜ ਚੜੇ ਗੋਬਿੰਦ ਆਏਲਾ। ਗਰੁੜ ਪੰਛੀ ਤੇ ਪਰਮੇਸ਼ਰ ਆ ਉਤਰੇ ਉਹਨਾਂ ਦੇ ਕੋਲ। ਕਹਿੰਦੇ ਕੀ ਹੋ ਗਿਆ ਭਗਤਾ, ਕਿਵੇਂ ਯਾਦ ਕੀਤਾ ਐਮਰਜੈਂਸੀ ਬੜੀ ਤੇਜ਼ੀ ਨਾਲ? ਕਿਹਨੇ ਬੰਨਿਆ ਤੈਨੂੰ? ਕੀ ਦੁੱਖ ਦਿੱਤਾ ਤੈਨੂੰ ਕਿਸੇ ਨੇ? ਮੈਂ ਹੁਣੇ ਪੁੱਛਾਂ। ਕਹੇ ਤਾਂ ਧਰਨੇ ਕੋਡੀ ਕਰੋ, ਸਾਰੀ ਧਰਤੀ ਮੂਧੀ ਮਾਰਦੇ ਆ। ਭਗਤ ਪਿੱਛੇ ਪਰਮੇਸ਼ਰ ਇੰਨਾ ਕੁਝ ਕਰਦਾ, ਜਿਵੇਂ ਮਾਂ ਕਹਿੰਦੀ ਹੈ ਬੱਚੇ ਰੋਂਦੇ ਨਿੱਕੇ ਨੂੰ, ਕਿਹਨੇ ਮਾਰਿਆ ਪੁੱਤ ਮੈਨੂੰ ਦੱਸ, ਮੈਂ ਉਹਦੇ ਕੰਨ ਪੱਟਦੀਆਂ ਹੁਣੇ, ਕਹੋ ਸਤਨਾਮ ਸ੍ਰੀ। ਕਹੇ ਤਾਂ ਧਰਨੇ ਕੋਡੀ ਕਰੋ। ਭਗਤ ਜੀ ਕਹਿੰਦੇ ਨਹੀਂ ਮਹਾਰਾਜ। ਕਹੇ ਤਾਂ ਲੈ ਕਰ ਉੱਪਰ ਤਰੋ, ਮਾਰਦਿਆ ਮੂਧੀ ਸਾਰਿਆਂ ਨੂੰ ਮਾਰਦਿਆਂ। ਨਹੀਂ ਮਹਾਰਾਜ, ਇਹਨਾਂ ਨੇ ਕੀ ਵਿਗਾੜਿਆ ਵਿਚਾਰਿਆਂ ਨੇ ਆਪਣਾ। ਫੇਰ ਕਹੇ ਤਾਂ ਮੋਈ ਹੋਈ ਗਊ ਦੇਹੋਂ ਚਵਾਏ, ਆ ਗਾਂ ਜਿਉਂਦੀ ਕਰਦੇ ਆ। ਨਾਮਾ ਕਹਿੰਦਾ ਆਹ ਚੰਗੀ ਗੱਲ ਹੈ, ਉਹ ਬੱਚਾ ਵਿਚਾਰਾ ਕੱਲ ਦਾ ਭੁੱਖਾ ਰੰਭੀ ਜਾਂਦਾ ਹੈ, ਇਹ ਮਾਂ ਪੁੱਤ ਨੂੰ ਮਿਲਾ ਦੇ, ਕਹੋ ਸਤਨਾਮ ਸ੍ਰੀ। ਕਹੇ ਤਾਂ ਮੋਈ ਹੋਈ ਗਊ ਦੇਹੋਂ ਜਿਵਾਏ। ਨਾਮਦੇਵ ਜੀ ਹੱਥ ਬਨ ਕਹਿੰਦੇ ਪ੍ਰਣਵੈ ਨਾਮਾ ਸੇਲ ਮਸੇਲ, ਇਹ ਮੇਰੀ ਬੇਨਤੀ ਹੈ। ਗਊ ਦੁਹਾਈ ਬਛੜਾ ਮੇਲ, ਇਹਨਾਂ ਮਾਂ ਪੁੱਤ ਨੂੰ ਇਕੱਠੇ ਕਰਦੇ, ਵਿਚਾਰਾ ਰੰਭੀ ਜਾਂਦਾ ਭੁੱਖਾ ਕੱਲ ਦਾ। ਕਹਿੰਦੇ ਠੀਕ ਆ। ਗਾਂ ਜਿਉਂਦੀ ਹੋ ਗਈ, ਰੌਲਾ ਪੈ ਗਿਆ, ਨਾਮੇ ਨੇ ਗਾਂ ਜਿਉਂਦੀ ਕਰਤੀ। ਉਹ ਕਹਿੰਦਾ ਮੈਂ ਨਹੀਂ ਕੀਤੀ। ਗਊ ਦੁਹਾਈ, ਦੋਹਣਾ ਹੁੰਦਾ ਚੋਣਾ। ਆ ਜਿਹੜੀ ਪਿੱਤਲ ਦੀ ਟੋਕਣੀ ਹੁੰਦੀ ਹੈ ਨਾ, ਉਹਨੂੰ ਦੋਹਣਾ ਕਹਿੰਦੇ ਆ। ਕਈ ਥਾਵਾਂ ਦੇ ਵਿੱਚੋਂ ਟੋਕਣੀ ਵਿੱਚ ਹੀ ਪਸ਼ੂ ਨੂੰ ਚੋਇਆ ਜਾਂਦਾ। ਕੱਛ ਵਿੱਚ ਲੈ ਕੇ ਟੋਕਣੀ ਦਾ ਗਲਾ ਤੇ ਫਿਰ ਉਹ ਥਣ ਸਿੱਧੇ ਉਹਦੇ ਵਿੱਚ ਧਾਰਾ ਮਾਰੀ ਜਾਂਦੀ, ਤਾਂ ਉਹਨੂੰ ਦੋਹਣਾ ਕਹਿੰਦੇ ਆ। ਗਊ ਦੁਹਾਈ, ਗਾਂ ਚੋਈ ਗਈ, ਬੱਚਾ ਛੱਡਿਆ ਗਿਆ, ਗਾਂ ਚੋਈ ਗਈ ਤੇ ਦੁੱਧ ਦਾ ਦੋਹਣਾ ਭਰ ਕੇ ਤੇ ਰਾਜੇ ਦੇ ਕੋਲ ਦੁੱਧ ਹੈ, ਦੋਹੇ ਜਾਂ ਮਟਕੀ ਧਰੀ। ਦੁੱਧ ਚੋ ਕੇ ਉਹ ਮਟਕੀ ਦੁੱਧ ਵਾਲੀ ਲਿਜਾ ਕੇ ਰਾਜੇ ਨੂੰ ਵਿਖਾਤੀ। ਰਾਜਾ ਸਾਹਿਬ ਗਾਂ ਜਿਉਂਦੀ ਹੋ ਗਈ, ਭਗਤ ਨੂੰ ਛੱਡ ਦਈਏ। ਕਹਿੰਦੇ ਅੱਛਾ ਗਾਂ ਜਿਉਂਦੀ ਕਰਤੀ, ਦੇਖਾਂ ਦੁੱਧ। ਥੋੜਾ ਦੁੱਧ ਪਾ ਕੇ ਜਦੋਂ ਉਸਨੇ ਚੈੱਕ ਕੀਤਾ, ਪੀਤਾ, ਤੇ ਪੇਟ ਵਿੱਚ ਦਰਦ ਹੋਣ ਲੱਗ ਪਿਆ, ਕਹੋ ਸਤਨਾਮ ਸ੍ਰੀ। ਪੇਟ 'ਚ ਸੂਲ ਪੈਦਾ ਹੋ ਗਿਆ, ਦਰਦ ਪੈਦਾ ਹੋ ਗਿਆ। ਹੁਣ ਸੂਲ ਨਾ ਹਟੇ ਪੇਟ ਦਾ, ਬੜੀਆਂ ਚੂਰਨ ਲਏ, ਦਵਾਈਆਂ ਲਈਆਂ, ਹਟੇ ਨਾ। ਵੈਦ ਹਕੀਮ ਬੜੇ ਆਏ, ਦਰਦ ਨਾ ਹਟੇ। ਅਖੀਰ ਸਿਆਣੇ ਬੰਦੇ ਕਹਿੰਦੇ ਰਾਜਾ ਸਾਹਿਬ ਤੁਸੀਂ ਐਵੇਂ ਇਹਨਾਂ ਈਰਖਾਲੂ ਲੋਕਾਂ ਦੇ ਮਗਰ ਲੱਗ ਕੇ ਭਗਤ ਨੂੰ ਤੁਸੀਂ ਦੁੱਖ ਦਿੱਤਾ, ਤੁਸੀਂ ਭਗਤ ਜੀ ਤੋਂ ਮਾਫੀ ਮੰਗੋ। ਇਹ ਉਹੋ ਹੀ ਦਰਦ ਹਟਾ ਸਕਦੇ, ਉਹਨਾਂ ਕਰਕੇ ਲੱਗਿਆ। ਉਹ ਰੱਬ ਦਾ ਲਾਇਆ ਦਰਦ ਦਵਾਈਆਂ ਨਾਲ ਨਹੀਂ ਹਟਣਾਗਾ, ਕਹੋ ਸਤਨਾਮ ਸ੍ਰੀ। ਫਿਰ ਉਹ ਰਾਜਾ ਜਿਹੜਾ ਸੁਲਤਾਨ ਤੁਰਕ ਰਾਜਾ ਭਗਤ ਜੀ ਤੋਂ ਮਾਫੀ ਮੰਗਦਾ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਜੋ ਅਬ ਕੀ ਬਾਰ ਨਾ ਜੀਵੈ ਗਾਏ, ਤਾਂ ਨਾਮਦੇਵ ਕਾ ਪਤੀਆ ਜਾਏ। ਜੀ ਅੱਜ ਗਾਂ ਜਿਉਂਦੀ ਨਾ ਹੁੰਦੀ ਤੇ ਭਗਤ ਜੀ ਦਾ ਰੱਬ ਤੋਂ ਭਰੋਸਾ ਉੱਠ ਜਾਂਦਾ, ਪਰ ਰੱਬ ਭਰੋਸਾ ਟੁੱਟਣ ਨਹੀਂ ਦਿੰਦਾ, ਕਹੋ ਸਤਨਾਮ ਸ੍ਰੀ। ਮੇਰੇ ਪ੍ਰੀਤਮ ਜੀ ਕਹਿੰਦੇ ਸਖਾ ਸਹਾਈ, ਦੇਖੋ ਮਿੱਤਰ ਬਣ ਕੇ ਆ ਗਿਆ ਨਾ ਨਾਮਦੇਵ ਦਾ। ਸਖਾ ਸਹਾਈ ਅਤ ਵੱਡਾ, ਉੱਚਾ ਵੱਡਾ ਅਪਾਰ, ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਬਾਰ। ਉਹਦੇ ਦਰਬਾਰ ਵਿੱਚ ਕੋਈ ਈਰਖਾ ਨਹੀਂ, ਕੋਈ ਭੇਦ ਭਾਵ ਨਹੀਂ। ਉਹਦੇ ਕੋਲੇ ਬੱਚਾ ਵੀ ਉਹੋ ਜਿਹਾ, ਬੁੱਢਾ ਵੀ ਉਹੋ ਜਿਹਾ, ਕਹੋ ਸਤਨਾਮ ਸ੍ਰੀ।
वो सारिया वास्ते बराबर है। वो ना बच्चा है ना बुढ़ा है, ਉਹਦੇ ਦਰ ਦੇ ਉੱਤੇ ਸਾਰੇ ही ਉਹਦੇ भगत ਹਨ। परमेश्वर कहते जो मंगी है सोई पाई है। ਉਹਦੇ ਦਰ ਤੇ ਬੱਚਾ ਜਾਵੇ ਜਾਂ ਬੁੱਢਾ ਜਾਵੇ। ਆ ਕਈ ਦੁਕਾਨਾਂ ਤੇ ਲਿਖਿਆ ਹੁੰਦਾ ਹੈ ਇੱਕ ਰੇਟ ਦੀ ਦੁਕਾਨ, ਚਾਹੇ ਬੱਚਾ ਲੈਣ ਜਾਵੇ ਵਸਤੂ, ਚਾਹੇ ਸਿਆਣਾ ਜਾਵੇ, ਚਾਹੇ ਕਮਲਾ ਜਾਵੇ, ਚਾਹੇ ਬੁੱਢਾ ਜਾਵੇ, ਸਭ ਨੂੰ ਸਹੀ ਰੇਟ ਲਾਉਣਗੇ। ਐਸਾ ਪਰਮੇਸ਼ਰ ਦਾ ਦਰ ਜਿੱਥੇ ਬੱਚੇ ਬੁੱਢੇ ਸਭ ਨੂੰ ਬਰਾਬਰ ਪਿਆਰ ਮਿਲਦਾ ਹੈ। ਜੋ ਮੰਗੀ ਹੈ ਸੋਈ ਪਾਈ ਹੈ, ਨਿਧਾਰਾ ਆਧਾਰ ਉਹਦੇ ਦਰ ਤੋਂ ਜੋ ਮੰਗੀ ਉਹ ਪ੍ਰਾਪਤ ਹੁੰਦਾ ਹੈ। ਜਿਸ ਪੇਖ ਤਕਿਲ ਵਿਕਹਿਰੇ ਮਨ ਤਨ ਹੋਵੇ ਸ਼ਾਂਤ। ਜਿਸ ਦੇ ਦਰਸ਼ਨ ਕਰਦਿਆਂ ਹੀ ਪਿਆਰੇ ਦੀ ਦਰਸ਼ਨ ਕਰਦਿਆਂ ਖੁਸ਼ੀ ਹੁੰਦੀ ਹੈ, ਜਿਹਦੇ ਦਰਸ਼ਨ ਕਰਦਿਆਂ ਹੀ ਪਾਪਾਂ ਦਾ ਖਾਤਮਾ ਹੋ ਜਾਂਦਾ ਤੇ ਅੰਦਰ ਸ਼ਾਂਤੀ ਆ ਜਾਂਦੀ ਹੈ, ਉਹਦੇ ਦਰਸ਼ਨ ਕਰੋ। ਜਿਸ ਪੇਖਤ ਕਿਲ ਵਿਖਰੇ ਮਨ ਤਨ ਹੋਵੇ ਸ਼ਾਂਤ। ਇੱਕ ਮਨ ਏਕ ਧਿਆਈ ਹੈ। ਆਓ ਇੱਕ ਮਨ ਹੋ ਕੇ ਉਸ ਇੱਕ ਦੇ ਨਾਲ ਪ੍ਰੀਤੀ ਪਾਈਏ, ਉਹਨੂੰ ਸਿਮਰੀਏ। ਮਨ ਕੀ ਲਾਹੇ ਭਰਾਤ। ਮਨ ਉੱਤੋਂ ਭੇਦ ਭਾਵ ਪਾਸੇ ਕਰਕੇ। ਭ੍ਰਾਂਤੀ ਹੁੰਦੀ ਹੈ ਭੇਦ ਭਾਵ, ਕਿਸੇ ਨੂੰ ਉੱਚਾ ਦੇਖਣਾ, ਕਿਸੇ ਨੂੰ ਨੀਵਾਂ ਦੇਖਣਾ, ਈਰਖਾ ਕਰਨੀ, ਦੂਈ ਈਰਖਾ ਨਿੰਦਿਆ ਚੁਗਲੀ, ਦੂਈ ਦਵੈਤ ਆਦਿ। ਇਹਨਾਂ ਭ੍ਰਾਂਤੀਆਂ ਨੂੰ ਪਾਸੇ ਕਰਕੇ ਇੱਕ ਨਾਲ ਜੁੜ ਜਾਈਏ। ਕੋ ਸਤਨਾਮ ਸ੍ਰੀ। ਮਨ ਕੀ ਲਾਹੇ ਭਰਾਤ ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਪੂਰਨ ਹੈ, ਗੁਣਾਂ ਦਾ ਖਜ਼ਾਨਾ ਹੈ, ਨਿਤ ਨਵੇਂ। ਪਰਮੇਸ਼ਰ ਕਦੇ ਬੁੱਢਾ ਹੋ ਕੇ ਪੁਰਾਣਾ ਨਹੀਂ ਹੁੰਦਾ। ਕੋ ਸਤਨਾਮ। ਫਿਰ ਉਹ ਕਿਹੜਾ ਪਰਮੇਸ਼ਰ ਹੈ ਜਿਹੜਾ ਬੁੱਢਾ ਨਹੀਂ ਹੁੰਦਾ? ਸਰੀਰ ਤਾਂ ਬੁੱਢੇ ਹੁੰਦੇ ਆ, ਇਹ ਸ਼ਬਦ ਨਹੀਂ ਬੁੱਢਾ ਹੁੰਦਾ ਕਦੇ ਵੀ। ਕੋ ਸਤਨਾਮ। ਨਾ ਇਹ ਸ਼ਬਦ ਬੱਚਾ ਹੈ, ਨਾ ਇਹ ਸ਼ਬਦ ਕਦੇ ਬੁੱਢਾ ਹੁੰਦਾ ਹੈ। ਕੋ ਸਤਨਾਮ। ਇਸੇ ਕਰਕੇ ਤਾਂ ਗੁਰਬਾਣੀ ਨੂੰ ਗੁਰੂ ਕਿਹਾ ਗਿਆ ਹੈ, ਕਿਉਂਕਿ ਇਹ ਸਦਾ ਰਹਿਣ ਵਾਲਾ ਹੈ। ਇਹ ਆਪੇ ਹੀ ਪ੍ਰਕਾਸ਼ ਹੋਇਆ, ਆਪੇ ਹੀ ਪ੍ਰਗਟ ਹੋਇਆ, ਇਹਦੀ ਕੋਈ ਮਾਂ ਪਿਓ ਨਹੀਂ ਹੈਗਾ। ਕੋ ਸਤਨਾਮ ਸੀ। ਇਹ ਗੁਰੂਆਂ ਰਾਹੀਂ ਸ਼ਬਦ ਪ੍ਰਗਟ ਹੋਇਆ। ਇਹ ਮਾਤਾ ਪਿਤਾ ਤੋਂ ਬਗੈਰ ਹੈ। ਸ਼ਬਦ ਦਾ ਕੋਈ ਸ਼ਕਲ ਨਹੀਂ ਹੈਗੀ। ਆ ਮੈਂ ਬੋਲੀ ਜਾਣਾ, ਸ਼ਬਦਾਂ ਦੀ ਕੋਈ ਸ਼ਕਲ ਨਹੀਂ, ਲੇਕਿਨ ਤੁਹਾਡੇ ਕੋਲੇ ਪਹੁੰਚ ਰਿਹਾ ਫਿਰ ਵੀ। ਕੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਇੱਕ ਮਨ ਏਕ ਧਿਆਈ ਹੈ। ਮਨ ਕੀ ਲਾਹੇ ਭਰਾਤ ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ। ਸਦਾ ਸਦਾ ਆਰਾਧਿਆ ਦਿਨ ਵਿਸਰੋ ਨਹੀਂ ਰਾਤ। ਫਿਰ ਐਸੇ ਗੁਰੂ ਪਰਮੇਸ਼ਰ ਨੂੰ ਹਮੇਸ਼ਾ ਸਿਮਰੋ, ਕਦੇ ਨਾ ਭੁਲਾਓ। ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ। ਪਰ ਇਹ ਮਿੱਤਰ ਹਰੇਕ ਨੂੰ ਨਹੀਂ ਮਿਲਦਾ, ਇਹ ਵੀ ਵੱਡੇ ਭਾਗਾਂ ਨਾਲ ਮਿਲਦਾ। ਕਹੋ ਸਤਨਾਮ ਸ੍ਰੀ। ਸਖਾ ਮਿੱਤਰ, ਗੱਲ ਮਿੱਤਰ ਦੀ ਚੱਲ ਰਹੀ ਹੈ ਤੇ ਪਿਆਰ ਮਿੱਤਰ ਨਾਲ ਹੁੰਦਾ। ਇਸ ਕਰਕੇ ਸ਼ੁਰੂਆਤ ਕੀਤੀ ਸੀ ਪ੍ਰੀਤ ਲੱਗੀ ਤੇ ਸੱਚ ਸਿਓ। ਮੇਰਾ ਪ੍ਰੇਮ ਮੇਰੀ ਪ੍ਰੀਤੀ ਹੈ ਜਿਹਦੇ ਨਾਲ ਉਹ ਸੱਚ ਹੈ, ਸਦਾ ਰਹਿਣ ਵਾਲਾ, ਉਹ ਮੇਰਾ ਮਿੱਤਰ ਹੈ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਜੋ ਸੈਂਟਰ ਭਾਵ ਹੈ ਸ਼ਬਦ ਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਓ ਉਹਨੂੰ ਮਿੱਤਰ ਬਣਾ ਲਈਏ ਆਪਾਂ। ਵੱਡੇ ਭਾਗਾਂ ਵਾਲਿਆਂ ਨੂੰ ਐਸਾ ਮਿੱਤਰ ਮਿਲਦਾ ਹੈ। ਪਾਂਡੋ ਅਰਜਨ ਨੂੰ ਐਸਾ ਮਿੱਤਰ ਮਿਲਿਆ ਕ੍ਰਿਸ਼ਨ ਜੀ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਜਿੱਤ ਕਰਾਤੀ। ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ ਆਖਰੀ ਪੰਕਤੀਆਂ ਵਿੱਚ। ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ। ਉਹਨਾਂ ਨੂੰ ਪਰਮੇਸ਼ਰ ਵਰਗਾ ਮਿੱਤਰ ਮਿਲ ਜਾਂਦਾ ਹੈ। ਤਨ ਮਨ ਧਨ ਅਰਪੀ ਸਭੋ। ਫਿਰ ਐਸੇ ਮਿੱਤਰ ਤੋਂ ਸਭ ਕੁਝ ਵਾਰ ਦਿਓ। ਜਿਵੇਂ 10ਵੇਂ ਪਾਤਸ਼ਾਹ ਜੀ ਦੀਆਂ 14 ਜੰਗਾਂ ਵਿੱਚ ਸਿੰਘਾਂ ਨੇ ਮੌਤ ਨੂੰ ਤਲੀ ਤੇ ਰੱਖ ਕੇ ਸਿਰ ਨੂੰ ਮੌਤ ਦੇ ਨਾਲ ਯੁੱਧ ਕੀਤੇ। ਕੋ ਸਤਨਾਮ। ਪਰ ਜੰਗ ਚੋਂ ਪਾਸੇ ਨਹੀਂ ਹਟੇ, ਆਪਣੇ ਮਿੱਤਰ ਗੁਰੂ ਗੋਬਿੰਦ ਸਿੰਘ ਤੋਂ ਸਭ ਕੁਝ ਵਾਰ ਦਿੱਤਾ। ਕੋ ਸਤਨਾਮ। ਤੇ ਗੁਰੂ ਮਿੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਡੇ ਤੋਂ ਸਭ ਕੁਝ ਵਾਰ ਦਿੱਤਾ। ਮਿੱਤਰ ਮਿੱਤਰ ਲਈ ਸਭ ਕੁਝ ਕਰਦਾ, ਦੋਨੇ ਮਿੱਤਰ ਬਰਾਬਰ ਆ। ਦੋ ਸੱਤ, ਜਿੱਥੇ ਦੋਨੇ ਪਾਸੇ ਸੱਚ ਹੈ ਉੱਥੇ ਦੋਸਤੀ ਆ। ਜਿੱਥੇ ਇੱਕ ਪਾਸੇ ਝੂਠ ਹੈ, ਭੇਦ ਭਾਵ ਹੈ, ਦੂਜੇ ਪਾਸੇ ਸੱਚ ਹੈ, ਉੱਥੇ ਦੋਸਤੀ ਨਹੀਂ ਨਿਭਦੀ।
ਤੇ ਦੋ ਸੱਤ ਕਿੱਥੇ ਹੈ? ਜਿੱਥੇ ਦੋ ਸੱਚ ਪੈਦਾ ਹੋ ਗਏ, ਭਾਵ ਦੋਨਾਂ ਵਿੱਚ ਸੱਚ ਹੈ। 2 + 7 ਉਹ ਦੋ ਸਤ ਹੈ। ਕਹੋ ਸਤਨਾਮ ਸ੍ਰੀ। ਇਸ ਕਰਕੇ ਆਓ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸੇ ਤੋਂ ਸਾਰਾ ਕੁਝ ਵਾਰਤਾ, ਪੰਥ ਤੋਂ ਸਾਰਾ ਕੁਝ ਵਾਰਤਾ। ਉਹਨੇ ਵੀ ਮਿੱਤਰਤਾ ਦਾ ਫਰਜ਼ ਨਿਭਾਇਆ ਤੇ ਖਾਲਸੇ ਨੇ ਵੀ ਮਿੱਤਰਤਾ ਦਾ ਫਰਜ਼ ਨਿਭਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦਿਆਂ ਹੋਇਆਂ ਸ਼ਹੀਦੀਆਂ ਪਾਈਆਂ, ਸੱਚ ਧਰਮ ਦੀ ਜੰਗ ਲੜਦਿਆਂ ਹੋਇਆਂ। ਕੋ ਸਤਨਾਮ ਸ੍ਰੀ। ਇਹੋ ਜਿਹਾ ਮਿੱਤਰ ਹੋਵੇ, ਪਰ ਇਹ ਮਿਲਦਾ ਕਿਸੇ ਕਿਸੇ ਨੂੰ, ਜਣੇ ਖਣੇ ਨੂੰ ਨਹੀਂ। ਕਹੋ ਸਤਨਾਮ ਸ੍ਰੀ। ਤਨ ਮਨ ਧਨ ਅਰਪੀ ਸਭੋ, ਸਗਲ ਵਾਰੀਐ ਜਿੰਦ, ਦੇਖੈ ਸੁਣੈ ਹਦੂਰ ਸਦ, ਘਟ ਘਟ ਬ੍ਰਹਮ ਰਵਿੰਦ। ਇਹ ਜਿਹੜਾ ਬ੍ਰਹਮ ਰੂਪੀ ਗੋਬਿੰਦ ਰੂਪੀ ਮਿੱਤਰ ਹੈ ਨਾ, ਇਹ ਸਾਰਿਆਂ ਵਿੱਚ ਰਮਿਆ ਹੋਇਆ। ਕਿਸੇ ਦੁਖੀ ਨੂੰ ਦੇਖ ਕੇ ਜਦੋਂ ਅਸੀਂ ਉਸ ਤੇ ਦਇਆ ਕਰਦੇ ਹਾਂ ਨਾ, ਉਦੋਂ ਮਾਨੋ ਉਸ ਦਾ ਰੱਬ ਮਿੱਤਰ ਹੀ ਉਸ ਤੇ ਦਇਆ ਕਰ ਰਿਹਾ ਸਾਡੇ ਰਾਹੀਂ। ਕਹੋ ਸਤਨਾਮ ਸ੍ਰੀ। ਇੱਕ ਦੂਜੇ ਦੇ ਰਾਹੀਂ। ਇਸ ਕਰਕੇ ਉਹ ਸਭ ਦੇ ਨੇੜੇ ਹੈ, ਸਭ ਦੇ ਸਾਹਮਣੇ ਹੈ, ਸਭ ਨੂੰ ਦੇਖਦਾ ਹੈ, ਸੁਣਦਾ ਹੈ, ਸਾਰਿਆਂ ਦੇ ਵਿੱਚ ਬੈਠਾ। ਅਕਿਰਤ ਘਣਾ ਨੂੰ ਪਾਲਦਾ, ਉਹ ਤਾਂ ਪਾਪੀਆਂ ਨੂੰ ਵੀ ਹੱਥ ਨੇ ਰੋਟੀ ਖਵਾ ਕੇ ਸਵਾਉਂਦਾ। ਕਹੋ ਸਤ। ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਨਹੀਂ, ਉਹਨਾਂ ਦੀ ਰੋਟੀ ਦਾ ਇੰਤਜ਼ਾਮ ਵੀ ਕਰਦਾ। ਕਹੋ ਸਤਨਾਮ ਸ੍ਰੀ। ਅਕਿਰਤ ਘਣ, ਜਿਹੜੇ ਗੁਰੂਆਂ ਨੂੰ, ਪਰਮੇਸ਼ਰ ਨੂੰ ਭੁੱਲ ਚੁੱਕੇ ਆ, ਉਹਨਾਂ ਦੀ ਕੀਤੀਆਂ ਨੂੰ ਭੁੱਲ ਚੁੱਕੇ ਹੈ। ਗੁਰੂ ਤਾਂ ਉਹਨਾਂ ਦਾ ਵੀ ਭਲਾ ਹੀ ਲੋਚਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਉਹ 'ਚ ਕਿਰਤ ਘਣ ਵੀ ਆ ਗਏ, ਉਹ 'ਚ ਸਿੱਖ ਵੀ ਆ ਗਏ, ਉਹ 'ਚ ਹਰਿਆਣਵੀ ਵੀ ਆ ਗਏ, ਉਹ 'ਚ ਬੰਗਾਲੀ ਵੀ ਆ ਗਏ, ਉਹ 'ਚ ਆਲ ਵਰਲਡ ਦੇ ਲੋਕ ਆ ਗਏ। ਜਦ ਸਿੱਖ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਐਂ ਤਾਂ ਕਿਹਾ ਹੀ ਨਹੀਂ ਕਿਤੇ ਵੀ ਆ ਫਲਾਨਿਆਂ ਦਾ ਨਾ ਹੋਵੇ, ਬਾਕੀਆਂ ਦਾ ਹੋ ਜੇ, ਜਾਂ ਮੇਰਾ ਹੋ ਜੇ, ਕਿਸੇ ਦਾ ਨਾ ਹੋਵੇ। ਤੋ ਕਿਉਂਕਿ ਉਹ ਸਾਰਿਆਂ ਦਾ ਹੈ, ਇਸ ਕਰਕੇ ਉਹ ਸਭ ਦਾ ਹੀ ਮੰਗਦਾ ਭਲਾ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਫਿਰ ਗੁਰੂ ਦਾ ਮਾੜਾ ਕੌਣ ਕਰ ਸਕਦਾ ਹੈ ਜਦੋਂ ਉਹ ਕਿਸੇ ਦਾ ਮਾੜਾ ਨਹੀਂ ਸੋਚਦਾ। ਕੋ ਸਤਨਾਮ ਸ੍ਰੀ। ਤਿਸ ਦਾ ਬੁਰਾ ਕਿਉਂ ਹੋਏ, ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਉਹ ਤਾਂ ਪਾਪੀਆਂ ਨੂੰ ਵੀ ਪਾਲਦਾ ਹੈ, ਤੇ ਮਿੱਤਰਾਂ ਨੂੰ ਕਿਉਂ ਨਹੀਂ ਪਾਲੂਗਾ ਜਿਹੜੇ ਮਿੱਤਰ ਬਣੇ ਹੋਏ ਆ ਉਹਦੇ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਇਸੇ ਲੜੀ ਨਾਲ ਜੋੜਦੇ ਆ ਪ੍ਰੀਤਮ। ਸ੍ਰੀ ਰਾਗ ਮਹੱਲਾ ਪੰਜਵਾ। ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿ ਸਵਾਰ। ਆਓ ਮਨਾ, ਜਿਹਨੇ ਤੈਨੂੰ ਇੰਨਾ ਕੁਝ ਦਿੱਤਾ, ਤੈਨੂੰ ਸੰਭਾਲਦਾ ਹੈ। ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਤੇਰੀਆਂ ਸਾਰੀਆਂ ਕਲਾ ਜਿਹਨੇ ਚਲਾਈਆਂ, ਮਾਂ ਦੇ ਉਦਰ ਵਿੱਚ ਬੈਠ ਕੇ ਤੈਨੂੰ ਤਿਆਰ ਕੀਤਾ। ਸਦਾ ਸਦਾ ਪ੍ਰਭ ਸਿਮਰੀਏ, ਅੰਤਰ ਰਾਖਿਓ ਧਾਰ। ਇਹੋ ਜਿਹੇ ਮਾਲਕ ਨੂੰ ਹਮੇਸ਼ਾ ਸਿਮਰਿਆ ਕਰੀਏ। ਇਹ ਸੀ ਅੱਜ ਦੇ ਸ਼ਬਦ ਦੀ ਵਿਚਾਰ। ਅਗਲੇ ਸ਼ਬਦ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਹੋ ਗਿਆ, ਬਖਸ਼ ਲੈਣਾ ਜੀ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਆਓ ਸਮਾਪਤੀ ਕਰੀਏ। ਗੁਰੂ ਪਾਤਸ਼ਾਹ ਕਿਰਪਾ ਕਰਨ, ਬੁਲਾ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।